ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਨਾਮ ਨਾਮੋ ਬਿਓਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਭਾਗ ਪੁਨ ਪੁਨ ਸੀਸਾ, ਭਾਗ ਪੁਨ ਪੁਨ ਸੀਸਾ। ਬੰਦੋ ਜੀ ਬਾਰ ਬਾਰ ਜਗਦੀਸ਼ਾ। ਜਾਂ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਧੰਨ ਸ੍ਰੀ ਗੁਰੂ ਗ੍ਰੰਥ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਆਪਣੀ ਮਤ ਗੁਰ ਬਚਨ ਅਨੁਸਾਰ, ਦਿਓ ਉਪਦੇਸ਼ ਸਭਨ ਸੁਖਕਾਰ। ਜੋ ਮੰਨੈ ਤਿਹ ਕੋ ਪੁਨ ਦੇਹ, ਅਨ ਮੰਨੈ ਸੋ ਹਠ ਨ ਕਰੇ। ऐसे गुर को बल बल जाहिए, आप मुकत मोहितारै। ऐसे गुर को बल बल जाहिए, आप मुकत मोहितारे। आप मुकत मोहितारै, आप मुकत मोहितारै। मुकत मोहितारे, आप मुकत मोहितारे। ऐसे गुर को बल बल जाइए, आप मुकत मोहितारै। ऐसे गुर को बल बल जाइए, आप मुकत मोहितारे। गुरु सवारे खालसा जी। वाहिगुरु जी का खालसा, वाहिगुरु जी की फतेह। आप जी वडभागे हो जो 8वें पातशाह बाला प्रीतम सतगुरु, जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा
ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਸ਼੍ਰੀ ਕਰਤਾਰਪੁਰ ਸਾਹਿਬ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ, ਕਿਰਸਾਨੀ ਕਰਦੇ ਨੇ। ਇੱਥੇ ਬੜੀ ਸੁੰਦਰ ਧਰਮਸ਼ਾਲਾ ਬਣੀ ਹੈ। ਧਰਮਸ਼ਾਲਾ ਦੇ ਵਿੱਚ ਦੋਨੋਂ ਵਕਤ ਸਵੇਰ ਸ਼ਾਮ ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਦਾ ਪ੍ਰਵਾਹ ਚੱਲਦਾ ਹੈ। ਇੱਥੇ ਦੂਰੋਂ ਨੇੜਿਓਂ ਚੱਲ ਚੱਲ ਕੇ ਸੰਗਤਾਂ ਆਉਂਦੀਆਂ ਨੇ। ਗੁਰੂ ਜੀ ਬਖਸ਼ਦੇ ਨੇ, ਸਿੱਖ ਨਵਾਜੇ ਜਾਂਦੇ ਨੇ। ਉਹਨਾਂ ਗੁਰੂ ਦੇ ਬਖਸ਼ੇ ਹੋਏ ਸਿੱਖਾਂ ਦੇ ਵਿੱਚੋਂ ਕੁਝ ਐਸੇ ਨਾਮ ਜੋ ਸਾਖੀਆਂ ਦੇ ਵਿੱਚ ਜਦੋਂ ਗੁਰੂ ਇਤਿਹਾਸ ਲਿਖਿਆ ਗਿਆ ਉਹਨਾਂ ਦੇ ਵਿੱਚ ਦਰਜ ਹੈ। ਸੋ ਐਸੇ ਹੀ ਗੁਰਸਿੱਖ ਨੇ ਭਾਈ ਕਾਲੂ ਖੱਤਰੀ ਜੀ, ਇਹ ਬੜੀ ਆਸ ਨਾਲ ਗੁਰੂ ਦੇ ਦਰ ਤੇ ਆਏ। ਇਹਨਾਂ ਨੇ ਆ ਕੇ ਸਨਮੁਖ ਮਨਮੁਖ ਦਾ ਭੇਦ ਪੁੱਛਿਆ। ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਸਨਮੁਖ ਉਹ ਹੈ ਜਿਹੜਾ ਕਿਰਤ ਕਰਦਾ ਹੈ, ਜਿਹੜਾ ਨਾਮ ਜਪਦਾ ਹੈ, ਜਿਹੜਾ ਵੰਡ ਛਕਦਾ ਹੈ। ਮਨਮੁਖ ਉਹ ਹੈ ਜਿਹੜਾ ਆਪਣੇ ਮਨ ਦੇ ਰਸਤੇ ਤੇ ਤੁਰਦਾ ਹੈ। ਤੋ ਇਥੋਂ ਹੀ ਅੱਜ ਦੀ ਕਥਾ ਆਰੰਭ ਹੈ। ਜਿਨ ਇਸ ਬਿਦ ਕੇ ਮਨਜ ਉਪਾਏ, ਧਨ ਪ੍ਰਭੂ ਕਹੈ ਉਰ ਹਰ ਖਾਏ। ਜਦੋਂ ਚੰਗੇ ਨੇਕ ਦਿਲ ਇਨਸਾਨ ਤੁਹਾਨੂੰ ਮਿਲਣ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਤੁਹਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ 3 ਕਾਲੇ ਕਾਨੂੰਨ ਵਾਪਸ ਲਏ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਜਦੋਂ ਅਸੀਂ ਮਾੜੇ ਨੂੰ ਮਾੜਾ ਕਹਿਣ ਲੱਗਿਆਂ ਦੇਰੀ ਨਹੀਂ ਕਰਦੇ, ਚੰਗੇ ਨੂੰ ਚੰਗਾ ਕਹਿਣ ਲੱਗਿਆਂ ਵੀ ਦੇਰੀ ਨਹੀਂ ਕਰਨੀ ਚਾਹੀਦੀ। ਇਹ ਠੀਕ ਹੈ ਕਿ ਉਹਦੇ ਵਿੱਚ ਅਜੇ MSP, ਕੁਝ ਹੋਰ ਕਿਸਾਨਾਂ ਦੇ ਸੰਸੇ ਨੇ, ਕੁਝ ਅੱਗੇ ਭਵਿੱਖ ਵਾਸਤੇ ਉਹਨਾਂ ਦੀਆਂ ਕੁਝ ਮੰਗਾਂ ਨੇ, ਉਹ ਵੀ ਪੂਰੀਆਂ ਹੋਣੀਆਂ ਚਾਹੀਦੀਆਂ। ਪਰ ਜੋ ਹੋਇਆ ਸਾਨੂੰ ਤਾਂ ਮੰਨਣਾ ਚਾਹੀਦਾ। ਤੋ ਅੱਜ ਦੀ ਇਸ ਕਥਾ ਵਿੱਚ ਵੀ ਆਉਂਦਾ ਹੈ, ਅਸੀਂ ਉਲਾਮੇ ਹੀ ਦਿੰਦੇ ਰਹਿੰਦੇ ਹਾਂ। ਅੱਜ ਵੀ ਤੁਸੀਂ ਵੇਖਿਆ ਹੋਣਾ ਹੈ, ਬੜੇ ਮਾੜੇ ਲੋਕ ਨੇ ਜੀ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ। ਪਰ ਕੁਝ ਲੋਕ ਚੰਗੇ ਵੀ ਨੇ। ਹੁਣ ਚੰਗਿਆਂ ਨੂੰ ਕਿਹਨੇ ਪੈਦਾ ਕੀਤਾ ਹੈ? ਚੰਗਿਆਂ ਨੂੰ ਵੀ ਵਾਹਿਗੁਰੂ ਨੇ ਪੈਦਾ ਕੀਤਾ ਹੈ। ਮਾੜੇ ਨੂੰ ਤੇ ਵਾਹਿਗੁਰੂ ਨੇ ਪੈਦਾ ਕੀਤਾ ਹੀ ਹੈ, ਕਿਉਂਕਿ 2 ਵਾਹਿਗੁਰੂ ਤਾਂ ਨਹੀਂ ਹੈਗੇ। 2 ਵਾਹਿਗੁਰੂ ਨਹੀਂ, ਇੱਕ ਚੰਗਿਆਂ ਨੂੰ ਪੈਦਾ ਕਰੇ, ਇੱਕ ਮੰਦਿਆਂ ਨੂੰ, ਮਾੜਿਆਂ ਨੂੰ ਪੈਦਾ ਕਰੇ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ
ਜਦੋਂ ਚੰਗੇ ਜੀਵ ਮਿਲਦੇ ਨੇ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਹੁਣ ਇਹ ਹਰ ਥਾਂ ਤੇ ਲਾਗੂ ਹੋਏਗਾ। ਤੁਹਾਨੂੰ ਚੰਗੀ ਕਾਰ ਮਿਲੀ, ਕਰੋ ਰੱਬ ਦਾ ਥੈਂਕਸ। ਤੁਹਾਨੂੰ ਚੰਗਾ ਪੁੱਤਰ ਮਿਲਿਆ, ਕਰੋ ਰੱਬ ਦਾ ਧੰਨਵਾਦ। ਤੁਹਾਨੂੰ ਚੰਗੀ ਧੀ ਮਿਲੀ, ਰੱਬ ਦਾ ਧੰਨਵਾਦ ਕਰੋ। ਚੰਗਾ ਜਵਾਈ ਮਿਲ ਗਿਆ, ਚੰਗੀ ਨੂੰਹ ਮਿਲ ਗਈ, ਚੰਗੀ ਵਹੁਟੀ ਮਿਲ ਗਈ, ਚੰਗਾ ਘਰ ਵਾਲਾ ਮਿਲ ਗਿਆ। ਹੁਣ ਇਹ ਜਦੋਂ ਚੰਗੀਆਂ ਚੀਜ਼ਾਂ ਮਿਲਦੀਆਂ ਨੇ ਫਿਰ ਅਸੀਂ ਕਹਿੰਦੇ ਜੀ ਮਾਂ ਸੋਹਣੀ ਸੀ, ਧੀ ਨੇ ਤਾਂ ਸੋਹਣੀ ਹੋਣਾ ਹੀ ਸੀ। ਪਿਓ ਵੇਖੋ ਕਿੱਡਾ ਸੋਹਣਾ ਜਵਾਨ ਹੈ ਤੇ ਬੱਚੇ ਨੇ ਤਾਂ ਜਵਾਨ ਹੋਣਾ ਹੀ ਸੀ। ਪਰ ਉਹ ਜਦੋਂ ਬੱਚਾ ਬੁਰਾਈ ਕਰੇਗਾ ਫਿਰ ਉਦੋਂ ਰੱਬ ਨੂੰ ਉਲਾਮਾ ਕਿਉਂ ਦਿੰਦੇ ਹੋ ਤੁਸੀਂ? ਫਿਰ ਉਦੋਂ ਵੀ ਕਹੋ ਨਾ ਵੀ ਇਹ ਬਾਪ ਤੇ ਹੀ ਗਿਆ। ਤੇ ਜਾਂ ਫਿਰ ਬਾਪ ਦੀਆਂ ਬੇਕੂਫੀਆਂ ਤੇ ਗਿਆ ਕਿ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਅਗਰ ਸਾਰਾ ਕੁਝ ਮੇਰੇ ਹੀ ਹੱਥ ਵਿੱਚ ਹੈ ਤੇ ਫਿਰ ਕਸੂਰ ਮੇਰੇ ਹੱਥਾਂ ਦਾ ਹੀ ਹੋਣਾ ਚਾਹੀਦਾ ਨਾ। ਤੋ ਧਰਮ ਦੀ ਦੁਨੀਆ ਇਹ ਕਹਿੰਦੀ ਹੈ ਕਿ ਨਹੀਂ, ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈ, ਸਭ ਕੁਝ ਰੱਬ ਦੇ ਹੱਥ ਵਿੱਚ ਹੈ। ਉਸ ਰੱਬ ਨੂੰ ਚੰਗਾ ਕਹੋ। ਅਸ ਲਖ ਕੈ ਨਿੰਦਾ ਨ ਚਹੈ, ਮੁਦਤਾ ਨਾਮ ਇਸੀ ਕੋ ਹੈ। ਕਿਸੇ ਦੀ ਨਿੰਦਿਆ ਨਹੀਂ ਕਰਨੀ, ਇਹ ਖੁਸ਼ੀ ਹੈ। ਚਾਰ ਗੱਲਾਂ ਸਤਿਗੁਰੂ ਨੇ ਸਮਝਾਈਆਂ ਸੀ। ਇੱਕ ਸੀ ਮਿੱਤਰਤਾ, ਇੱਕ ਸੀ ਕਰੁਣਾ। ਹੁਣ ਜਿਹੜਾ ਸੱਜਣ ਠੱਗ ਸੀ ਸਾਰੀ ਦੁਨੀਆ ਹੀ ਉਹਦੀ ਮਿੱਤਰ ਸੀ, ਪਰ ਉਦੋਂ ਤੱਕ ਜਦੋਂ ਤੱਕ ਲੋਕ ਉਹਦੇ ਆਸ਼ਰਮ ਦੇ ਵਿੱਚ ਅੰਦਰ ਆਉਂਦੇ ਸੀ, ਕਿਉਂਕਿ ਬਾਹਰ ਤਾਂ ਨਿਕਲਦੇ ਹੀ ਨਹੀਂ ਸੀ ਮੁੜ ਕੇ। ਉਹ ਰਾਤੀ ਮਾਰ ਮੂਰ ਕੇ ਸੁੱਟ ਦਿੰਦਾ ਸੀ। ਐਸੇ ਮਿੱਤਰ ਨਹੀਂ ਬਣਨਾ। ਫਿਰ ਕਰੁਣਾ, ਕਿਰਪਾ। ਹੁਣ ਸਾਡੀ ਕਿਰਪਾ ਵੀ ਇਹੀ ਹੈ ਵੀ ਇਹਨਾਂ ਰੇਵੜੀਆਂ ਵੰਡਦਾ, ਪਰ ਵੰਡਦਾ ਘਰਦਿਆਂ ਨੂੰ ਹੀ ਹੈ। ਆ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਹੈ, ਸਾਡੇ 'ਚ ਬਹੁਤਿਆਂ ਦੀ ਅਰਦਾਸ ਇਹ ਆਪਣਿਆਂ ਤੱਕ ਹੀ ਸੀਮਤ ਹੈ। ਤੁਸੀਂ ਕਹੋਗੇ ਜੀ ਨਹੀਂ ਤਾਂ ਫਿਰ ਭਾਈ ਜਦੋਂ ਕੋਈ ਸੰਸਾਰ ਵਿੱਚ ਆਪਦਾ ਆਉਂਦੀ ਹੈ, ਅਸੀਂ ਖਬਰ ਸੁਣਦੇ ਹਾਂ, ਨਿਊਜ਼ ਪੜ੍ਹਦੇ ਹਾਂ, ਇੱਧਰ ਉੱਧਰ ਟੈਲੀਫੋਨ ਕਰਕੇ ਪੁੱਛਦੇ ਹਾਂ, ਫਿਰ ਕੀ ਕਹਿੰਦੇ ਆ? ਵਾਹਿਗੁਰੂ ਦਾ ਸ਼ੁਕਰ ਹੈ। ਪੁੱਛੋ ਕੀ ਹੋਇਆ? ਨਹੀਂ, ਉਹਦੇ 'ਚ ਆਪਣਾ ਤਾਂ ਕੋਈ ਨਹੀਂ ਹੈਗਾ। ਪੁੱਛੋ ਜਿਹੜੇ ਮਰੇ ਉਹ ਕਿਹਦੇ ਨੇ? ਤੂੰ ਤੇ ਸਰਬੱਤ ਦਾ ਭਲਾ ਮੰਗਦਾ ਸੀ। ਉਹ ਵੀ ਤਾਂ ਕਿਸੇ ਦੇ ਪੁੱਤਰ ਹੋਣਗੇ, ਕਿਸੇ ਦੇ ਬਾਪ ਹੋਣਗੇ, ਉਹ ਵੀ ਤਾਂ ਕਿਸੇ ਦੇ ਭੈਣ ਭਰਾ ਹੋਣਗੇ ਨਾ ਜਿਹੜੇ ਉੱਥੇ ਮਰੇ ਨੇ। ਨਹੀਂ, ਉੱਥੇ ਫਿਰ ਸਰਬੱਤ ਦਾ ਭਲਾ ਮੰਗਣ ਦੀ ਸਾਡੀ ਫੂਕ ਨਿਕਲ ਜਾਂਦੀ ਹੈ। ਉੱਥੇ ਸਮਝ ਆ ਜਾਂਦੀ ਹੈ ਵੀ ਨਹੀਂ, ਇਹ ਸਿਰਫ ਮਹਿਜ ਇੱਕ ਗੱਲ ਕਹਿਣ ਮਾਤਰ ਹੈ। ਕਿਉਂ? ਕਿਉਂਕਿ ਤੁਹਾਡਾ ਆਪਣਾ ਬੀਜ ਨਹੀਂ ਠੀਕ ਨਹੀਂ ਹੈ। ਤੁਸੀਂ ਕਹਿੰਦੇ ਹੋ ਮੈਂ ਭਲਾ ਮੰਗਦਾ, ਤੁਸੀਂ ਆਪ ਹੀ ਖਬਰ ਪੜ੍ਹ ਕੇ ਕਹਿੰਦੇ ਹੋ ਸ਼ੁਕਰ ਹੈ। ਆਪ ਹੀ ਤੁਸੀਂ ਕਹਿੰਦੇ ਹੋ ਵੀ ਸ਼ੁਕਰ ਦਾ ਕਾਰਨ ਕੀ ਹੈ? ਕਹਿੰਦਾ ਜੀ ਉਹਦੇ 'ਚ ਮੇਰਾ ਕੋਈ ਨਹੀਂ ਹੈਗਾ, ਬਲ ਤੇਰਾ ਸਰਬੱਤ ਦਾ ਭਲਾ ਮੇਰੇ ਤੱਕ ਹੀ ਹੈ। ਪਰ ਤੇਰੇ ਗੁਰੂ ਦਾ ਇੱਦਾਂ ਨਹੀਂ ਸੀਗਾ। ਤੇਰੇ ਗੁਰੂ ਦਾ ਤਾਂ ਇਹ ਸੀ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ, ਦੁਨੀਆ ਸੜ ਰਹੀ ਹੈ, ਤੁਸੀਂ ਕਿਰਪਾ ਕਰਕੇ ਉਹਨਾਂ ਦੀ ਰਾਖੀ ਕਰੋ। ਫਿਰ ਖੁਸ਼ੀ ਕਰਨੀ। ਕਈਆਂ ਦਾ ਤੁਸੀਂ ਵੇਖਿਆ ਹੋਣਾ, ਕਈਆਂ ਦਾ ਸਟਾਈਲ ਹੈ, ਜਿਵੇਂ ਗੋਰਿਆਂ ਦੀ ਇੱਕ ਹੈਬਿਟ ਹੈ, ਸੁਭਾਅ ਹੈ, ਜਾਂ ਇਉਂ ਵੀ ਕਹਿ ਲਈਏ, ਜਾਂ ਉਹਨਾਂ ਨੇ ਇੱਕ ਨੌਕਰੀ ਦੀ ਇੱਕ ਰਿਕੁਆਇਰਮੈਂਟ ਰੱਖੀ ਹੈ ਕਿ ਘਰੋਂ ਭਾਵੇਂ ਤੁਸੀਂ ਘਰਵਾਲੀ ਨਾਲ ਲੜ ਕੇ ਆਓ, ਰਾਹ 'ਚ ਭਾਵੇਂ ਕਿਸੇ ਦਾ ਗੱਡੀ ਦਾ ਐਕਸੀਡੈਂਟ ਕਰਕੇ ਆਓ, ਪਰ ਜੌਬ ਤੇ ਤੁਹਾਨੂੰ ਸਮਾਈਲ ਪਾਸ ਕਰਨੀ ਹੋਏਗੀ। ਮਤਲਬ ਕੋਈ ਕਸਟਮਰ ਆਇਆ, ਕੋਈ ਬੰਦਾ ਤੁਹਾਨੂੰ ਮਿਲਿਆ, ਤੇ ਇਹ ਨਹੀਂ ਵੀ ਤੁਸੀਂ ਮੱਥੇ ਵੱਟ ਪਾ ਕੇ ਕਹੋਗੇ ਹਾਂ ਕਿਵੇਂ ਆਇਆ ਹੈ। ਆਪਣੀ ਸਾੜ ਸਤੀ ਆਪਣੇ ਘਰ ਰੱਖੋ।
ਜਿਹੜਾ ਬੰਦਾ ਤੁਹਾਡੇ ਕੋਲ ਕੰਮ ਆਇਆ ਉਹਨੂੰ ਖੇੜੇ ਮੱਥੇ ਮਿਲਣਾ ਪਏਗਾ ਤੁਹਾਨੂੰ, ਉਹਨੂੰ ਵੈਲਕਮ ਵੀ ਕਹਿਣਾ ਹੋਏਗਾ ਔਰ ਜਾਣ ਲੱਗੇ ਇਹਨੂੰ ਥੈਂਕ ਯੂ ਵੀ ਕਹਿਣਾ ਹੋਏਗਾ। ਤੁਸੀਂ ਹੈਰਾਨ ਹੋਵੋਗੇ ਵੀ ਇਹ ਕੀ ਇਹ ਹੈ, ਮੈਂ ਤੇ ਖੁਦ ਵੇਖਿਆ ਉੱਥੇ। ਤੁਸੀਂ ਚੀਜ਼ ਲਈ, ਤੁਸੀਂ ਪੈਸੇ ਦਿੱਤੇ, ਦੁਕਾਨਦਾਰ ਫਿਰ ਕਹਿ ਰਿਹਾ ਥੈਂਕ ਯੂ। ਤੁਸੀਂ ਗੱਡੀ ਤੇਜ਼ ਭਜਾਈ, ਪੁਲਿਸ ਵਾਲੇ ਨੇ ਰੋਕ ਲਿਆ, ਤੁਹਾਡਾ ਚਲਾਨ ਕੱਟਿਆ, ਤੁਹਾਨੂੰ ਉਹਨੇ ਫਾਈਨ ਕਰ ਦਿੱਤਾ ਹੈ, ਪਰ ਉਹਨੇ ਇੱਕ ਇੰਨੀ ਗੱਲ ਵੀ ਕਹੀ ਹੈ, ਸਰ ਵੀ ਕਿਹਾ ਹੈ, ਸੌਰੀ ਵੀ ਕਿਹਾ ਹੈ, ਪਰ ਜਦੋਂ ਤੁਸੀਂ ਪੇਮੈਂਟ ਕਰਤੀ ਫਿਰ ਉਹਨੇ ਤੁਹਾਨੂੰ ਥੈਂਕ ਯੂ ਵੀ ਕਿਹਾ ਹੈ। ਸਾਡੀ ਖੁਸ਼ੀ ਦੇ ਅਰਥ ਵੀ ਕੋਈ ਨਹੀਂ ਹੈਗੇ, ਐਵੇਂ ਉੱਤੋਂ ਉੱਤੋਂ ਹੀ ਅਸੀਂ ਦੰਦ ਕੱਢਦੇ ਹਾਂ, ਅੰਦਰੋਂ ਤੇ ਦੰਦ ਕਰੀਚਦੇ ਹੀ ਰਹਿੰਦੇ ਆ ਵੀ ਕੋਈ ਨਹੀਂ ਕਿਤੇ ਜਾੜ ਥੱਲੇ ਆਵੀਂ ਫਿਰ ਦੱਸਾਂਗੇ ਤੈਨੂੰ। ਹੁਣ ਜਿੰਨਾ ਚਿਰ ਇਹ ਈਰਖਾ, ਇਹ ਦਵੈਸ਼, ਇਹ ਅੰਦਰ ਦੀਆਂ ਭਾਵਨਾਵਾਂ ਨੇ, ਇਹ ਸਾਰੇ ਇੱਕ ਪੰਕਤੀ ਦੇ ਅਰਥ ਨੇ ਸਿਰਫ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ। ਪੋਥੀ ਵੀ ਪੜ੍ਹੀ ਜਾਣੀ ਤੇ ਲੋਕਾਂ ਤੇ ਸਾੜ ਸਤੀ ਵੀ ਪਾਈ ਜਾਣੀ, ਫਿਰ ਉਹਦਾ ਕੀ ਫਾਇਦਾ ਹੋਇਆ। ਅਗਰ ਤੁਸੀਂ ਮਾਲਾ ਫੇਰਦੇ ਹੋ ਤੇ ਤੁਸੀਂ ਕਿਸੇ ਦਾ ਬੁਰਾ ਨਹੀਂ ਚਿਤਵ ਸਕਦੇ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਨਰ ਅਚੇਤ ਪਾਪ ਤੇ ਡਰ ਰੇ। ਇੱਕ ਹੁੰਦਾ ਕਿ ਆਪਾਂ ਰੋਜ਼ ਹੀ ਕਹਿੰਦੇ ਮੈਂ ਤੇਰਾ ਗਲਾ ਘੁੱਟ ਦੂੰ, ਮੈਂ ਤੈਨੂੰ ਗੋਲੀ ਮਾਰ ਦੂੰ, ਮੈਂ ਤੇਰੀ ਲੱਤ ਤੋੜ ਦੂੰ, ਮੈਂ ਤੈਨੂੰ ਬਰਬਾਦ ਕਰ ਦੂੰ। ਸਤਿਗੁਰੂ ਕਹਿੰਦੇ ਅਚੇਤ, ਜਿਹੜੀ ਗੱਲ ਤੇਰੇ ਚਿੱਤ ਚੇਤੇ 'ਚ ਵੀ ਕਦੇ ਨਹੀਂ, ਬਸ ਸਮਝ ਵੀ ਉੱਥੇ ਵੀ ਪਾਪ ਨਹੀਂ ਹੋਣਾ ਚਾਹੀਦਾ। ਨਰ ਅਚੇਤ ਪਾਪ ਤੇ ਡਰ ਰੇ। ਕਰਨਾ ਬੋਲਣਾ ਤਾਂ ਦੂਰ ਦੀ ਗੱਲ ਹੈ, ਕਿਉਂਕਿ ਤੁਹਾਨੂੰ ਪਤਾ ਹੈ ਬੋਲਣ 'ਚ ਵੀ ਬੰਦੇ ਫਸ ਜਾਂਦੇ ਨੇ। ਕਿਸੇ ਨੇ ਕਿਸੇ ਨੂੰ ਥ੍ਰੈਟ ਕੀਤਾ ਕੁਛ ਵੀ ਨਹੀਂ, ਗੋਲੀ ਕਿਸੇ ਹੋਰ ਨੇ ਮਾਰਤੀ, ਥ੍ਰੈਟ ਇਹਨੇ ਕੀਤਾ ਸੀ, ਸਾਰਾ ਕੇਸ ਉੱਤੇ ਪੈ ਜਾਣਾ ਹੈ। ਹੁਣ ਲੱਗ ਕਹੀ ਜਾਵੇ ਨਹੀਂ ਜੀ ਮੈਂ ਤਾਂ ਗੁੱਸੇ 'ਚ ਆ ਕੇ ਕਿਹਾ ਸੀ। ਜਿਹੜਾ ਤੁਸੀਂ ਨਾਰਮਲ ਕਿਸੇ ਨੂੰ ਥ੍ਰੈਟ ਕਰਦੇ ਹੋ, ਅਗਰ ਉਸ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਤੇ ਉਹ ਸਾਰੀ ਭਰਪਾਈ ਦੇ ਜ਼ਿੰਮੇਵਾਰ ਤੁਸੀਂ ਹੋ, ਜੋ ਐਵੀਡੈਂਸ ਇਕੱਠੇ ਹੋ ਜਾਣ ਤਾਂ। ਅਸੀਂ ਸੋਚਦੇ ਵੀ ਬੋਲਣ ਨਾਲ ਕੀ ਫਰਕ ਪੈਂਦਾ ਹੈ, ਸਾਨੂੰ ਹੁੰਦਾ ਹੀ ਨਾ ਵੀ ਮੈਂ ਤਾਂ ਮੂੰਹ ਨਾਲ ਗਾਲਾਂ ਕੱਢੀਆਂ ਨੇ ਜੀ, ਮੈਂ ਤਾਂ ਮੂੰਹ ਨਾਲ ਹੀ ਕੁਝ ਕੀਤਾ ਹੈ ਜੀ, ਮੈਂ ਕਿਹੜਾ ਕੁਝ ਹੱਥੀਂ ਕੀਤਾ ਹੈ ਜੀ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਖੁਸ਼ੀ ਦੇ ਅਰਥ ਦੱਸੇ ਨੇ। ਜੇ ਕਿਸੇ ਵਿਅਕਤੀ ਨੂੰ ਤੁਸੀਂ ਵੇਖੋ, ਰੱਬ ਦਾ ਸ਼ੁਕਰ ਕਰੋ, ਖੁਸ਼ ਹੋਵੋ ਵੀ ਚਲੋ ਚੰਗੇ ਇਨਸਾਨ ਵੀ ਰੱਬ ਨੇ ਇਸ ਧਰਤੀ ਤੇ ਪੈਦਾ ਕੀਤੇ ਨੇ। ਹਾਂਜੀ। ਆਪਣੀ ਮਤ ਗਰ ਬਚ ਅਨੁਸਾਰ, ਦੇ ਉਪਦੇਸ਼ ਸਭਨ ਸੁਖ ਕਾ। ਆਪਣੀ ਮਤ ਗੁਰੂ ਦੇ ਬਚਨਾਂ ਦੇ ਅਨੁਸਾਰ ਬਣਾਓ। ਹੁਣ ਅੱਜ ਕੀ ਹੈ, ਅੱਜ ਤੁਸੀਂ ਆਪਣੀ ਮਤ ਤੇ ਅੜੇ ਹੋਏ ਹੋ, ਮੈਂ ਆਪਣੀ ਮਤ ਤੇ ਅੜਿਆ ਹੋਇਆ, ਸਾਰਿਆਂ ਦੀ ਆਪਣੀ ਆਪਣੀ ਮਤ ਹੈ। ਹੁਣ ਇਹਨੂੰ ਕੀ ਕਹਿੰਦੇ ਨੇ? ਇਹਨੂੰ ਕਹਿੰਦੇ ਨੇ ਮਨ ਮਤ। ਸਾਨੂੰ ਕਿਸੇ ਵੀ ਵਿਅਕਤੀ ਨੂੰ ਆਪਣੀ ਮਤ ਤੇ ਅੜਨਾ ਨਹੀਂ ਚਾਹੀਦਾ। ਸਾਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ, ਦੂਜੇ ਦੀ ਗੱਲ ਸੁਣਨੀ ਚਾਹੀਦੀ ਹੈ। ਹੋ ਸਕਦਾ ਹੈ ਮੇਰੀ ਸੋਚ ਗਲਤ ਹੋਵੇ, ਔਰ ਇਹ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਵਰਤਿਆ ਉਹ ਵਾਪਰਿਆ। ਤੁਹਾਡੀ ਸੋਚ ਇਹ ਸੀ ਕਿ ਇਹ ਬੰਦਾ ਮੇਰਾ ਆਪਣਾ ਹੈ, ਇਹ ਬੰਦਾ ਮੇਰਾ ਦੁਸ਼ਮਣ ਹੈ। ਤੁਸੀਂ ਇੱਕ ਧਾਰਨਾ ਬਣਾ ਕੇ ਤੁਰੇ ਆਏ।
ਪਰ ਵਕਤ ਬੀਤਣ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ, ਤੁਹਾਡਾ ਤਜਰਬਾ ਬੜਾ ਕੌੜਾ ਨਿਕਲਿਆ। ਜਿਨ੍ਹਾਂ ਨੂੰ ਆਪਣੇ ਸਮਝਦੇ ਸੀ ਉਹ ਲੱਭੇ ਹੀ ਨਹੀਂ, ਜਿਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦੇ ਸੀ ਉਹ ਆ ਕੇ ਤੁਹਾਡੇ ਨਾਲ ਖੜੇ ਹੋ ਗਏ ਵੀ ਦੱਸੋ ਭਾਈ ਸਾਹਿਬ, ਹੁਕਮ ਕਰੋ। ਇਸੇ ਕਰਕੇ ਦੁੱਖ ਜਿਹੜਾ ਹੈ ਇਹਨੂੰ ਦਾਰੂ ਕਿਹਾ ਹੈ, ਕਿਉਂਕਿ ਇਹ ਦੁੱਖ ਦੀ ਛਾਨਣੀ ਵਿੱਚ ਹੀ ਰਿਸ਼ਤੇਦਾਰ ਛਾਣਦੇ ਨੇ, ਸੁੱਖ ਵਿੱਚ ਨਹੀਂ ਪਤਾ ਲੱਗਦਾ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਇਹ ਲਿਖ ਲਓ, ਪੰਕਤੀ ਲਿਖਣੀ ਆ ਤਾਂ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ। ਮੈਂ ਬੇਨਤੀ ਕਰਾਂਗਾ ਆਵਾਜ਼ ਘਟਾ ਦਿਓ, ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੁਣ ਇੰਨੀ ਵੀ ਗੱਲ ਕਹਿਣ, 5-6 ਵਾਰੀ ਮੈਂ ਇਸ਼ਾਰਾ ਕਰ ਚੁੱਕਾ। ਰਹਿਤ ਚਹੂੰ ਦਿਸ ਘੇਰੇ, ਵਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਉਹ ਬੰਦਿਆ ਤੂੰ ਸੁਖ ਵਿੱਚ ਹੈ, ਤੈਨੂੰ ਨਹੀਂ ਪਤਾ ਤੇਰਾ ਕੌਣ ਹੈ। ਜਿੱਦਣ ਵਿਪਤਾ ਬਣੇਗੀ ਪਤਾ ਉਦਣ ਲੱਗੇਗਾ। ਮੁਸੀਬਤਾਂ ਵੇਲੇ ਮਿੱਤਰ ਯਾਰ ਪਰਖੇ ਜਾਂਦੇ ਨੇ, ਕੌਣ ਖੜਦਾ ਹੈ। ਮੈਂ ਤੁਹਾਨੂੰ 2 ਉਦਾਹਰਨਾਂ ਦਿੰਦਾ। ਇੱਕ ਤਾਂ ਕਿਸੇ ਦਿਨ, ਉਹ ਜਿਵੇਂ ਅਪ੍ਰੈਲ ਫੂਲ ਵਾਲੇ ਦਿਨ ਹੁੰਦਾ ਹੈ ਨਾ, ਵੀ ਕਈ ਗੱਲਾਂ ਦੇ ਮਜ਼ਾਕ ਐਵੇਂ ਚੱਲ ਜਾਂਦੇ ਨੇ। ਇੱਕ ਦਿਨ ਕਿਸੇ ਨੂੰ ਕਿਉਂ, ਭਾਜੀ ਬੜੀ ਐਮਰਜੈਂਸੀ ਹੋ ਗਈ, ਇੱਕ ਬਲੱਡ ਦੀ ਬੋਤਲ ਚਾਹੀਦੀ ਹੈ। ਨਹੀਂ ਮੈਨੂੰ ਤੇ ਸ਼ੂਗਰ ਹੈ, ਮੈਨੂੰ ਤੇ ਇਹ ਹੈ, ਮੈਨੂੰ ਤੇ ਉਹ ਹੈ। ਤੁਹਾਨੂੰ ਉਦੋਂ ਨਹੀਂ ਪਤਾ ਲੱਗ ਜਾਏਗਾ। ਉਹ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਜਿੱਥੇ ਤੇਰਾ ਪਸੀਨਾ ਡੁੱਲੇਗਾ ਮੈਂ ਆਪਣਾ ਖੂਨ ਡੋਲਾਂਗਾ। ਇਹਦੇ ਤੋਂ ਹੋਰ ਅਗਲੀ ਇੱਕ ਗੱਲ, ਤੁਹਾਨੂੰ ਵੀ ਫੋਨ ਆਉਂਦੇ ਹੋਣੇ ਨੇ ਕਿ ਇੰਸ਼ੋਰੈਂਸ ਕਰਾ ਲਓ ਜੀ। ਇਹ ਸੌਣ ਨਹੀਂ ਦਿੰਦੇ ਕੰਪਨੀਆਂ ਵਾਲੇ। ਮੈਨੂੰ ਵੀ ਕਿਸੇ ਨੇ ਇੱਕ ਦਿਨ ਦਾਰੂ ਦੱਸੀ ਥੋੜ੍ਹੀ ਜੀ, ਕਹਿੰਦਾ ਗਿਆਨੀ ਜੀ ਖਹਿੜਾ ਛਡਾਉਣਾ ਹੈ। ਮੈਂ ਕਿਹਾ ਹਾਂ। ਕਹਿੰਦਾ ਬਸ ਇੱਕ ਵਾਰੀ ਕਹਿ ਦਿਓ ਜੀ ਵੀ 400 ਸ਼ੂਗਰ ਹੈ, ਮੈਨੂੰ ਵੀ ਇੰਸ਼ੋਰੈਂਸ ਹੋ ਸਕਦੀ ਹੈ ਮੇਰੀ, ਮੈਨੂੰ ਮੈਡੀਕਲ ਮਿਲ ਸਕਦਾ ਹੈ। ਕਹਿੰਦਾ ਉਹ ਇਹਨਾਂ ਦੇ ਨਾ ਸਾਰਿਆਂ ਦੇ ਸੌਫਟਵੇਅਰ ਅਪਡੇਟ ਹੁੰਦੇ ਰਹਿੰਦੇ ਨੇ ਆਪਸ ਵਿੱਚ। ਕਹਿੰਦਾ ਮੁੜ ਕੇ ਤੁਹਾਨੂੰ ਕਾਲ ਕੋਈ ਨਹੀਂ ਆਊਗੀ। ਔਰ ਯਕੀਨ ਕਰਨਾ ਮੈਨੂੰ ਪ੍ਰੋਪਰਟੀ ਦੀ ਕਾਲ ਤੇ ਆਉਂਦੀ ਹੈ ਵੀ ਲੈਣੀ ਹੈ, ਉਹ ਵੀ ਕੰਮ ਸੌਖਾ ਹੈ। ਅਮਿਤ ਸ਼ਾਹ ਜੀ ਦਾ ਨੰਬਰ ਦੇ ਦਿਓ, ਖਹਿੜਾ ਛੁੱਟ ਜਾਏਗਾ ਤੁਹਾਡਾ। ਤੁਹਾਨੂੰ ਲੱਗਦਾ ਵੀ ਇਹ ਪਤਾ ਨਹੀਂ ਕੰਪਨੀ ਵਾਲੇ ਤੁਹਾਡੇ ਭੂਆ ਦੇ ਪੁੱਤਰ ਨੇ, ਤੁਹਾਡੀ ਇੰਸ਼ੋਰੈਂਸ ਕਰਨਗੇ। ਨਹੀਂ, ਉਹਨਾਂ ਨੇ ਤੁਹਾਡੇ ਤੋਂ ਪੈਸੇ ਲਾਉਣੇ ਨੇ। ਇੱਕ ਦਿਨ ਕਹਿ ਦਿਓ ਵੀ ਮੇਰੀ ਸ਼ੂਗਰ 400 ਰਹਿੰਦੀ, ਮੁੜ ਕੇ ਕਾਲ ਕਦੇ ਨਹੀਂ ਆਏਗੀ ਤੁਹਾਨੂੰ। ਉਹ ਕਲੇਮ ਦੇਣਾ ਨਹੀਂ ਜਾਣਦੇ, ਉਹ ਕਿਸ਼ਤ ਲੈਣੀ ਜਾਣਦੇ ਨੇ। ਦੁਨੀਆ ਦਾ ਇੱਕ ਦਸਤੂਰ ਹੈ, ਉਹਨੂੰ ਸਮਝਣ ਦੀ ਲੋੜ ਹੈ। ਧਰਮ ਤੁਹਾਨੂੰ ਬਾਰ-ਬਾਰ ਇੱਕ ਗੱਲ ਸਮਝਾਉਂਦਾ, ਅਸੀਂ ਫਿਰ ਮੁੜ ਕੇ ਉੱਥੇ ਪਹੁੰਚ ਜਾਂਦੇ ਹਾਂ। ਜਿੰਨੀ ਠੱਗੀ ਠੋਰੀ, ਜਿੰਨਾ ਕੁਝ ਇਕੱਠਾ ਕਰਨ ਤੇ ਅਸੀਂ ਲੱਗੇ, ਕਿਹਦੇ ਵਾਸਤੇ ਹੈ? ਰਿਸ਼ਤੇਦਾਰਾਂ ਵਾਸਤੇ ਹੈ। ਤੇ ਰਿਸ਼ਤੇਦਾਰ ਤਾਂ ਤੇਰਾ ਕੋਈ ਵੀ ਨਹੀਂ ਹੈਗਾ। ਮੈਂ ਤਾਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਯਾਦ ਰੱਖੀ ਤੈਨੂੰ ਇੱਕ ਦਿਨ ਅੱਗ ਵੀ ਆਪਣਿਆਂ ਨੇ ਲਾਉਣੀ ਹੈ। ਜਦੋਂ ਤੈਨੂੰ ਚਿਖਾ ਤੇ ਰੱਖਿਆ ਜਾਏਗਾ ਉਦੋਂ ਪੁੱਛਣਗੇ ਵੱਡਾ ਪੁੱਤ ਹੈਗਾ, ਲਿਆਓ ਇਹਨੂੰ ਕੋ ਅੱਗ ਲਾਵੇ। ਉਹ ਕਹੇਗਾ ਨਹੀਂ ਬਾਹਰ, ਕਹਿਣਗੇ ਫਿਰ ਛੋਟਾ ਬੁਲਾਓ। ਇਹਦਾ ਅਰਥ ਇਹ ਨਹੀਂ ਕਿ ਆਪਣਿਆਂ ਵਾਸਤੇ ਜਿਉਣਾ ਨਹੀਂ ਚਾਹੀਦਾ, ਜਿਉਣਾ ਚਾਹੀਦਾ ਹੈ। ਆਪਣਿਆਂ ਦਾ ਕਿਉਂ, ਆਪਣਿਆਂ ਤੋਂ ਅੱਗੇ ਜਾ ਕੇ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਪਰ ਦੀਨ ਗਵਾਇਆ ਦੁਨੀ ਸਿਓ। ਬਸ ਇੰਨੀ ਕੁ ਗੱਲ ਚੇਤੇ ਰੱਖੋ, ਕਦੇ ਆਪਣਾ ਧਰਮ ਨਾ ਗਵਾਓ, ਕਦੇ ਐਸਾ ਆਪਣਾ ਸਮਾਂ ਨਾ ਬਣਾਇਓ ਕਿ ਤੁਹਾਨੂੰ ਡਿਪਰੈਸ਼ਨ ਵਿੱਚ ਜਾਣਾ ਪਵੇ ਕਿ ਮੇਰੇ ਨਾਲ ਕੀ ਹੋਇਆ ਹੈ।
ਨਾ ਇਹ ਨਾ ਕਰਿਓ। ਸੱਚੇ ਪਾਤਸ਼ਾਹ ਨੇ ਮਨਮੁਖ ਦੀਆਂ 4 ਗੱਲਾਂ ਦਸੀਆਂ ਨੇ। ਉਹਦੇ ਵਿੱਚ ਮਿੱਤਰਤਾਈ ਵੀ ਹੈ, ਉਹਦੇ ਵਿੱਚ ਕਰੁਣਾ ਵੀ ਹੈ, ਉਹਦੇ ਵਿੱਚ ਮੁੱਦਤਾ ਵੀ ਹੈ, ਖੁਸ਼ੀ ਵੀ ਹੈ। ਪਰ ਖੁਸ਼ੀ ਦੀ ਸਾਡੀ ਡੈਫੀਨੇਸ਼ਨ ਪਰਿਭਾਸ਼ਾ ਕੀ ਹੈ? ਉਤੋਂ ਦੰਦ ਕੱਢਦੇ ਅੰਦਰੋਂ ਤੇ ਕਰੀਚਦੇ ਰਹਿੰਦੇ ਆ ਵੀ ਕਿਤੇ ਪੁੱਤ ਦਾੜ ਥੱਲੇ ਆ ਗਿਆ ਫੇਰ ਦੱਸੂਗਾ ਤੈਨੂੰ। ਹਾਂਜੀ। ਜੋ ਮਨ ਤਿਹ ਕੋ ਪੁਨ ਦੇਹ, ਅਨ ਮਨੇ ਸੋ ਹਟ ਨ ਕਰੇ। ਜਿਹੜਾ ਮੰਨਦਾ ਹੈ ਉਹਨੂੰ ਦਿਓ, ਜਿਹੜਾ ਨਹੀਂ ਮੰਨਦਾ ਉਹਨੂੰ ਨਾ ਦਿਓ। ਇਹ ਵੀ ਇੱਕ ਸਿਧਾਂਤ ਹੈ। ਹਾਂਜੀ। ਪਰਾ ਲਬਦ ਇਸ ਕੀ ਨਹੀਂ, ਅਸ ਜਾਣਹਿ ਮਨ ਮਾਹੇ। ਹੁਣ ਪਰਾ ਲਬਦ ਇਸ ਕੀ ਨਹੀਂ, ਅਸ ਜਾਣੇ ਮਨ ਮਾਹੇ। ਇਹ ਮਨ ਵਿੱਚ ਸੋਚਣਾ ਵੀ ਇਹਦੀ ਪਰਾ ਲਬਦ ਤੇ ਹੈ ਨਹੀਂ, ਇਹਦੇ ਭਾਗਾਂ ਦੀ ਤੇ ਇਹ ਚੀਜ਼ ਹੀ ਨਹੀਂ ਹੈਗੀ। ਤੁਹਾਨੂੰ ਘਰਾਂ 'ਚ ਵੀ ਜੀਵ ਮਿਲਣਗੇ, ਇਹ ਤੇ ਜੀ ਸਾਰਾ ਟੱਬਰ ਮੇਰੇ ਭਾਗਾਂ ਦਾ ਹੀ ਖਾਂਦਾ ਹੈ। ਉਹ ਇਦਾਂ ਦੀ ਨਾ ਇੱਕ ਕਮਾਈ ਸੀ ਪਿੰਡ 'ਚ, ਤੇ ਉਹਦੇ ਕੋਲੇ ਕਹਿੰਦੇ ਕੁੱਕੜ ਸੀ, ਮੁਰਗਾ ਸੀ, ਤੋ ਸਾਰੇ ਪਿੰਡ ਨਾਲ ਰੋਜ਼ ਹੀ ਲੜਦੀ ਰਹਿੰਦੀ ਸੀ। ਤੋ ਪਿੰਡ ਵਾਲੇ ਬੜਾ ਉਹਦੇ ਤੋਂ ਇੱਕ ਦਿਨ ਨਾਰਾਜ਼ ਹੋਏ ਕਿ ਮਾਤਾ ਤੂੰ ਕਿਉਂ ਸਾਰੇ ਪਿੰਡ ਦੇ ਨਾਲ ਤੂੰ ਵੈਰ ਵਿਰੋਧ ਬੰਨ੍ਹ ਕੇ ਬੈਠੀ ਹੈ? ਕਹਿੰਦੀ ਚੰਗਾ ਫਿਰ ਮੈਂ ਆਪਣਾ ਸਵੇਰੇ ਕੁੱਕੜ ਲੈ ਕੇ ਤੇ ਚਲੇ ਜਾਵਾਂਗੀ, ਆਪਣਾ ਮੁਰਗਾ ਲੈ ਕੇ। ਕਿਸੇ ਸਿਆਣੇ ਨੇ ਪੁੱਛਿਆ ਵੀ ਫਿਰ ਕੀ ਹੋਏਗਾ? ਕਹਿੰਦੀ ਫਿਰ ਤੇ ਇਹਨਾਂ ਨੂੰ ਪਤਾ ਲੱਗੇਗਾ, ਨਾ ਮੇਰਾ ਮੁਰਗਾ ਬਾਗਦਾ ਹੈਗਾ ਤੇ ਨਾ ਪਿੰਡ ਦੇ ਲੋਕ ਸੁੱਤੇ ਉੱਠਣਗੇ, ਇਹ ਤਾਂ ਸੁੱਤੇ ਹੀ ਰਹਿ ਜਾਣਗੇ। ਕਈਆਂ ਨੂੰ ਇਹ ਵੀ ਭੁਲੇਖਾ ਹੈ, ਘਰਾਂ 'ਚ ਵੀ ਭੁਲੇਖਾ ਹੈ ਵੀ ਇਹ ਤਾਂ ਮੇਰੇ ਭਾਗ ਹੀ ਖਾਈ ਜਾਂਦੇ ਨੇ ਜੀ, ਤੇ ਮੇਰੀ ਕਿਸਮਤ ਖਾਂਦੇ ਨੇ ਜੀ। ਨਹੀਂ, ਅਗਰ ਧਰਮ ਨੂੰ ਸਹੀ ਤਰੀਕੇ ਨਾਲ ਤੁਸੀਂ ਪੜ੍ਹਦੇ ਹੋ ਤਾਂ ਕੋਈ ਕਿਸੇ ਦੇ ਕਰਮ ਨਹੀਂ ਜੇ ਖਾਂਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ, ਤਹਾਂ ਖਾਣੇ, ਨਾਨਕਾ ਸੱਚ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਹਰ ਸਿਰ ਦੇ ਉੱਤੇ ਰੱਬ ਦਾ ਵੱਖਰਾ ਰਿਜਕ ਦਾ ਹੱਥ ਹੈ। ਤੁਹਾਡੇ ਸਿਰ ਤੇ ਵੱਖਰਾ ਹੈ, ਮੇਰੇ ਸਿਰ ਤੇ ਵੱਖਰਾ ਹੈ। ਹਾਂਜੀ। ਤੂਸ਼ਨ ਤੇ ਸੋ ਹੋਏ ਰਹਿ, ਨਾਮ ਉਪੇਖਿਆ ਤਾਹੇ। ਇੱਥੇ ਚੁੱਪ ਰਹਿਣਾ, ਨਾਮ ਉਪੇਖਿਆ ਤਾਹੇ, ਇਹ ਖੁਸ਼ੀ ਹੈ ਭਈ ਉੱਥੇ ਚੁੱਪ ਰਹਿ ਜਾਓ। ਹਾਂਜੀ। ਮਨ ਕੋ ਕਹਿਓ ਕਰਤ ਹੈ ਜੋਈ, ਹਵੈ ਮਨ ਮੁਖ ਪਹਿਚਾਨੋ ਸੋਈ। ਜਿਹੜੇ ਮਨ ਦੇ ਮਗਰ ਤੁਰਦੇ ਨੇ, ਜਿਹੜੇ ਮਨ ਦੀ ਗੱਲ ਮੰਨਦੇ ਨੇ, ਉਹਨਾਂ ਨੂੰ ਮਨਮੁਖ ਕਹਿੰਦੇ ਨੇ। ਜਿਹੜੇ ਗੁਰੂ ਦੇ ਦੱਸੇ ਮੁਤਾਬਕ ਤੁਰਦੇ ਨੇ ਉਹ ਸਨਮੁਖ ਨੇ। ਜੇ ਆਪਾਂ ਕਹੀਏ ਨਾ ਕਿ ਗੁਰੂ ਦੇ ਦਰਸ਼ਨ ਕਰਨ ਨਾਲ ਬਾਕੀ ਗੱਲ ਸਾਰੀ ਖਤਮ ਹੋ ਗਈ, ਇਹ ਸਾਡੀ ਗਲਤੀ ਹੈ। ਗੁਰੂ ਦੇ ਦਰਸ਼ਨਾਂ ਦਾ ਇੱਕ ਪੁੰਨ ਫਲ ਹੈ, ਉਹ ਤਾਂ ਤੁਹਾਨੂੰ ਮਿਲੇਗਾ ਹੀ ਮਿਲੇਗਾ। ਪਰ ਜੇ ਤੁਸੀਂ ਝੋਲੀਆਂ ਭਰਨੀਆਂ ਚਾਹੁੰਦੇ ਹੋ ਤੇ ਦਰਸ਼ਨਾਂ ਤੋਂ ਅੱਗੇ, ਤੁਹਾਨੂੰ ਪਤਾ ਦਰਸ਼ਨ ਦਾ ਅਰਥ ਮਤ ਵੀ ਹੈ। ਦੁਨੀਆ ਦੇ ਵਿੱਚ ਜਦੋਂ ਅਸੀਂ ਕਹਿੰਦੇ ਖੱਟ ਦਰਸ਼ਨ, 6 ਮਤ ਨੇ। ਦਰਸ਼ਨ ਦਾ ਅਰਥ ਜਿਹੜਾ ਹੈ ਉਹ ਤੁਹਾਡੀ ਮਤ ਵੀ ਹੈ, ਉਹ ਤੁਹਾਡਾ ਧਰਮ ਵੀ ਹੈ। ਦਰਸ਼ਨ ਦਾ ਅਰਥ ਕੇਵਲ ਵੇਖਣਾ ਨਹੀਂ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਹਾਂਜੀ। ਤਾਤੇ ਤੁਮ ਸਨਮੁਖ ਨਿਤ ਰਹੀਏ, ਨਾਮ ਚਿਤਾਰ ਊਚ ਪਦ ਲਹੀਏ। ਸਤਿਗੁਰੂ ਜੀ ਨੇ ਸਮਝਾਇਆ ਭਾਈ ਕਾਲੂ, ਗੁਰੂ ਦੇ ਸਨਮੁਖ ਰਹਿਣਾ ਹੈ, ਮਨ ਦੇ ਮਗਰ ਨਹੀਂ ਤੁਰਨਾ, ਮਨ ਦੀ ਗੱਲ ਨਹੀਂ ਮੰਨਣੀ। ਇਹ ਜ਼ਰੂਰ ਚੇਤਾ ਰੱਖੋ, ਮਨ ਦੇ ਕੋਲ ਸੈਂਸ ਨਹੀਂ ਹੈ, ਅਕਲ ਨਹੀਂ ਹੈ। ਜਦੋਂ ਤੁਸੀਂ ਪਾਠ ਪੜ੍ਹਦੇ ਹੋ, 'ਚ ਕੀ ਆਉਂਦਾ ਹੈ? ਤਿੱਥੈ ਘੜੀਐ ਸੁਰਤ, ਮਤ, ਮਨ,
ਬੁੱਧ। ਹੁਣ ਤੁਸੀਂ ਕਹੋਗੇ ਜੀ ਸਾਰੀਆਂ ਇੱਕੋ ਚੀਜ਼ਾਂ ਨੇ, ਨਹੀਂ, ਇੱਕ ਨਹੀਂ ਹੈ। ਹਾਂ, ਗੱਡੀ ਦਾ ਇੰਜਣ ਇੱਕ ਹੈ, ਪਰ ਉਹਦੇ 'ਚ ਫਿਲਟਰ ਵੀ ਕਈ ਤਰ੍ਹਾਂ ਦੇ ਨੇ। ਕੋਈ ਹਵਾ ਵਾਲਾ ਫਿਲਟਰ ਹੈ, ਕੋਈ ਡੀਜ਼ਲ ਪੈਟਰੋਲ ਵਾਲਾ ਫਿਲਟਰ ਹੈ ਕਿ ਨਹੀਂ? ਹੈਗੇ ਨੇ ਨਾ। ਹੁਣ ਹੈ ਤਾਂ ਇਹ ਇੰਜਣ ਇੱਕ ਹੀ ਹੈ, ਉਹਦੇ ਫਿਲਟਰ ਵੀ ਉਹਦੇ ਵਿੱਚ ਲੱਗੇ ਹੋਏ ਨੇ, ਪਰ ਫਿਲਟਰਾਂ 'ਚ ਵੀ ਫਰਕ ਹੈ। ਇੱਕ ਹਵਾ ਨੂੰ ਪਿਓਰ ਕਰਦਾ ਹੈ, ਇੱਕ ਡੀਜ਼ਲ ਪੈਟਰੋਲ ਨੂੰ ਪਿਓਰ ਕਰਦਾ ਹੈ। ਮਤ ਦਾ ਫੰਕਸ਼ਨ ਹੋਰ ਹੈ, ਮਨ ਦਾ ਫੰਕਸ਼ਨ ਹੋਰ ਹੈ। ਮਨ ਸਿਰਫ ਸੰਕਲਪ ਪੈਦਾ ਕਰਦਾ ਹੈ। ਫੁਰਨੇ, ਜਿਹੜੇ ਫੁਰਨੇ ਪੈਦਾ ਹੁੰਦੇ ਨੇ ਉਹ ਮਨ ਵਿੱਚ ਹੁੰਦੇ ਨੇ। ਮਤ ਕੀ ਹੈ? ਮਤ ਤੁਹਾਡੀ ਮੈਮੋਰੀ ਹੈ। ਜਦੋਂ ਤੁਸੀਂ ਭੁੱਲਣਾ ਸ਼ੁਰੂ ਕਰਦੇ ਹੋ, ਉਦੋਂ ਆਪਾਂ ਕਹਿੰਦੇ ਵੀ ਹੁਣ ਇਹ ਆਪਣੀ ਮਤ ਜਿਹੜੀ ਇਹਨਾਂ ਦੀ ਉਹ ਠੀਕ ਨਹੀਂ ਹੈਗੀ। ਬੁੱਧੀ ਜਿਹੜੀ ਹੈ ਤੁਹਾਡੀ ਚੇਤਨਤਾ ਹੈ। ਮਨ ਦੇ ਕੋਲ ਅਕਲ ਨਹੀਂ ਹੈ। ਮਨ ਸਿਰਫ, ਮਨ ਦਾ ਤੇ ਇੱਕ ਉਹ ਬੱਚੇ ਵਾਲਾ ਕੰਮ ਹੈ ਵੀ ਮੈਂ ਇਹ ਲੈਣਾ ਹੈ, ਮੈਂ ਉਹ ਲੈਣਾ ਹੈ, ਮੈਂ ਆਹ ਲੈਣਾ, ਮੈਂ ਉਹ ਲੈਣਾ ਹੈ। ਉਹਨੂੰ ਇਹ ਬਿਲਕੁਲ ਨਹੀਂ ਪਤਾ ਵੀ ਇਹ ਮੇਰੇ ਮਾਂ ਪਿਓ ਕੋਲ ਪੈਸੇ ਹੈਗੇ ਨੇ ਕਿ ਨਹੀਂ ਹੈਗੇ, ਉਹ ਲੈ ਕੇ ਦੇ ਸਕਦੇ ਕਿ ਨਹੀਂ ਦੇ ਸਕਦੇ। ਮਨ ਸਿਰਫ ਸੰਕਲਪ ਪੈਦਾ ਕਰਦਾ ਹੈ, ਇੱਛਾਵਾਂ ਪੈਦਾ ਕਰਦਾ ਹੈ। ਤਾਂ ਹੀ ਤਾਂ ਕਹਿੰਦੇ ਨੇ ਵੀ ਜਦੋਂ ਮਨ ਹਟ ਜਾਏ, ਹੁਣ ਇੱਕ ਮਨ ਹੁੰਦਾ ਹੈ ਮੈਨੂੰ ਆਹ ਬਣਾ ਕੇ ਦਿਓ ਜੀ, ਆਹ ਬਣਾ ਕੇ ਦਿਓ ਜੀ। ਇੱਕ ਇਹ ਵੀ ਹੁੰਦਾ ਹੈ ਕਿ ਮਾਂ ਥਾਲੀ 'ਚ ਰੋਟੀ ਲੈ ਕੇ ਆਉਂਦੀ ਹੈ, ਉਹ ਕਹਿੰਦਾ ਨਹੀਂ ਬੀਬੀ ਮੇਰਾ ਮਨ ਨਹੀਂ ਹੈਗਾ, ਮੈਂ ਨਹੀਂ ਖਾਣਾ। ਹੁਣ ਭੁੱਖ ਹੋਵੇ ਤੇ ਨਾ ਖਾਓ ਤੇ ਗੱਲ ਸਮਝ ਆਉਂਦੀ ਹੈ। ਹੁਣ ਇਹ ਬੁੱਧੀ ਦਾ ਵਿਸ਼ਾ ਹੈ ਵੀ ਭਾਈ ਖਾ ਲੈ, ਅੱਗੇ 2-4 ਘੰਟੇ ਸਫ਼ਰ ਕਰਨਾ ਹੈ, ਮੁੜ ਕੇ ਕਿੱਥੋਂ ਮਿਲੇਗਾ। ਇਹ ਬੁੱਧੀ ਦਾ ਵਿਸ਼ਾ ਹੈ ਵੀ ਚਲੋ ਨਹੀਂ ਤੇ ਪੱਲੇ ਬੰਨ ਲਓ। ਇਹ ਸਾਰੇ ਵੱਖਰੇ ਵੱਖਰੇ ਨੇ। ਜਦੋਂ ਤੁਸੀਂ ਗੁਰੂ ਦੀ ਬਾਣੀ ਨੂੰ ਉਚਾਰੋਗੇ ਤਾਂ ਤੇ ਤੁਮ ਸਨਮੁਖ ਨਿਤ ਰਹੀਏ, ਨਾਮ ਚਿਤਾਰ ਊਚ ਪਦ ਲਹੀਏ। ਭਾਈ ਮਨਮੁਖ ਨਹੀਂ ਬਣਨਾ, ਸਨਮੁਖ ਬਣਨਾ ਹੈ। ਬਾਣੀ ਪੜ੍ਹਨੀ ਹੈ, ਉੱਚੀ ਪਦਵੀ ਦੇ ਅਧਿਕਾਰੀ ਬਣਨਾ ਹੈ। ਗੁਰਬਾਣੀ ਪੜ੍ਹਨ ਵਾਲੇ ਦੀ ਸੋਚ ਉੱਚੀ ਹੈ, ਉਹਦੇ ਕਰਮ ਉੱਚੇ ਨੇ, ਉਹਦੀ ਸੇਵਾ ਬੜੀ ਉੱਚੀ ਹੈ, ਉਹਦਾ ਵਰਤਨ ਦਾ ਢੰਗ ਤਰੀਕਾ ਬਹੁਤ ਉੱਚਾ ਹੈ। ਹਾਂਜੀ। ਇਸ ਬਿਦ ਸ੍ਰੀ ਗੁਰ ਬਚਨ ਸੋ ਸੁਨ ਕੈ, ਭਰਤੇ ਤਿਸ ਪ੍ਰਕਾਰ ਮਨ ਗੁਣ ਕੈ। ਇਸ ਤੋਂ ਬਾਅਦ ਜਿਹੜਾ ਕਾਲੂ ਖੱਤਰੀ ਹੈ, ਗੁਰੂ ਦੇ ਬਚਨ ਸੁਣ ਕੇ ਗੁਰੂ ਦੀ ਦੱਸੀ ਸਿੱਖਿਆ ਦੇ ਅਨੁਸਾਰ ਤੁਰਦਾ ਹੈ। ਬਾਕੀ ਸਾਰਾ ਜੀਵਨ ਫਿਰ ਉਹਨੇ ਉੱਦਾਂ ਹੀ ਕਮਾਇਆ ਹੈ। ਹੁਣ ਸਾਨੂੰ ਤੇ ਵੀ ਨਹੀਂ ਪਤਾ ਕਿ ਜਿਹੜੀ ਅਸੀਂ ਗੁਰੂ ਤੋਂ ਅਕਲ ਲਈ ਹੈ ਇਹ ਸਾਡੀ ਪੂਰੀ ਜ਼ਿੰਦਗੀ ਵਾਸਤੇ ਹੈ। ਅਸੀਂ ਖੁਦ ਹੀ ਕਹਿੰਦੇ ਲੋਕਾਂ ਨੂੰ, ਕੋਈ ਗੱਲ ਹੋਵੇ ਇਹ ਕਿੰਨੇ ਦਿਨ ਵਾਸਤੇ ਜੀ। ਅੱਜ ਕੱਲ੍ਹ ਨਾ ਇੱਕ ਨਵਾਂ ਟਰੈਂਡ ਹੈ, ਉਹ ਡਾਈਟੀਸ਼ੀਅਨ ਬੜੇ ਤੁਰੇ ਫਿਰਦੇ ਨੇ। ਉਹਨੇ ਤੇ ਕਹਿਣਾ ਹੀ ਕਹਿਣਾ ਹੈ ਕਿ ਤੁਸੀਂ ਜੀ 20 ਦਿਨ ਕਰਕੇ ਵੇਖੋ 2 ਕਿਲੋ ਵੇਟ ਘਟ ਜੂਗਾ, ਮਹੀਨਾ ਕੁ ਕਰੋ 4 ਕਿਲੋ ਵੇਟ ਘਟ ਜੂਗਾ। ਅਸੀਂ ਖੁਦ ਵੀ ਪੁੱਛਦੇ ਇਹ ਕਿੰਨਾ ਕੁ ਚਿਰ ਖਾਣਾ ਪਊਗਾ। ਉਹਦਾ ਮਤਲਬ ਹੁੰਦਾ ਵੀ ਪਾਬੰਦੀ ਮੁੱਕੇਗੀ ਕਦੋਂ, ਤੇ ਮੁੜ ਕੇ 2 ਹੱਥਾਂ ਨਾਲ ਖਾਣ ਦੇ ਦਿਨ ਕਦੋਂ ਸ਼ੁਰੂ ਹੋਣਗੇ। ਇਹੋ ਹੀ ਕਾਰਨ ਹੁੰਦਾ, ਜਿੱਦਣ ਚਾਟ ਛੱਡੋਗੇ ਉਧਰ ਹੀ ਵਾਪਸ ਆ ਜਾਓਗੇ ਤੁਸੀਂ। ਬੜੀ ਦੁਨੀਆ ਤੁਹਾਨੂੰ ਮਿਲੀ ਹੋਣੀ ਹੈ ਜਿਨ੍ਹਾਂ ਨੇ ਤੁਹਾਡੇ ਸਾਹਮਣੇ 15-15, 20-20 ਕਿਲੋ ਵੇਟ ਘਟਾਇਆ, ਮੁੜ ਕੇ 25-25, 30-30 ਕਿਲੋ ਫਿਰ ਵਧਾ ਲਿਆ, ਫਿਰ ਵਾਪਸ ਆ ਗਏ। ਗੁਰੂ ਦਾ ਉਪਦੇਸ਼ ਜਿੰਨੇ ਦਿਨ ਮੰਨੋਗੇ ਉਹਨੇ ਦਿਨ ਪ੍ਰਾਪਤੀ ਹੋਏਗੀ, ਛੱਡ ਦਿਓਗੇ ਮੁੜ ਕੇ ਫਿਰ ਵਾਪਸ ਆ ਜਾਓਗੇ ਤੁਸੀਂ। ਗੁਰੂ ਦਾ ਉਪਦੇਸ਼ ਮਹੀਨੇ 2 ਮਹੀਨੇ 6 ਮਹੀਨੇ ਦੀ ਨਹੀਂ ਹੈ, ਇਹ ਤੁਹਾਡੀ ਪੂਰੀ ਲਾਈਫ ਵਾਸਤੇ ਹੈ, ਤੁਹਾਡੀ ਜ਼ਿੰਦਗੀ ਵਾਸਤੇ ਹੈ। ਇਹਨਾਂ ਸ਼ੁਭ ਕਰਮਾਂ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਵਸਾਉਣਾ ਹੈ। ਹਾਂਜੀ।
ਇਉ ਕਾਲੂ ਕੋ ਪਾਨਸ ਤਾਰੇ, ਮਿਲੇ ਜੋ ਨਰ ਤੇ ਸੋਪ ਉਦਾਰੇ। ਇਉਂ ਭਾਈ ਕਾਲੂ ਦਾ ਉਧਾਰ ਹੋਇਆ। ਜਿਹੜੇ ਉਸ ਨੂੰ ਮਿਲੇ ਉਹਨੇ ਉਹਨਾਂ ਨੂੰ ਵੀ ਦੱਸਿਆ ਵੀ ਵੇਖੋ ਭਾਈ, ਮੈਂ ਇਸ ਰਸਤੇ ਤੇ ਤੁਰਿਆ, ਮੈਨੂੰ ਇਹ ਗੁਰੂ ਦੀ ਕਿਰਪਾ ਹੋਈ ਹੈ। ਤੇ ਬੜੇ ਲੋਕ ਸੀ ਜਿਹੜੇ ਫਿਰ ਉਹਦੇ ਤੋਂ ਪ੍ਰੇਰਣਾ ਲੈ ਕੇ ਉਹ ਵੀ ਚੱਲੇ, ਉਹਨਾਂ ਦਾ ਵੀ ਭਲਾ ਹੋਇਆ। ਹਾਂਜੀ। ਭਾਉ ਤਾਰ ਜੇ ਨਰ ਗੁਰ ਦਰਸੇ, ਬਚਨ ਸੁਣੇ ਪਦ ਪੰਕਜ ਪਰਸੇ। ਭਾਉ ਧਾਰ ਜੇ ਨਰ ਗੁਰ ਦਰਸੇ, ਕੋਈ ਵੀ ਸਿੱਖ ਭਾਉ ਭਾਵਨੀ ਨਾਲ ਗੁਰੂ ਦੇ ਦਰ ਤੇ ਆਵੇ, ਗੁਰੂ ਦੇ ਦਰਸ਼ਨ ਕਰੇ, ਫਿਰ ਗੁਰੂ ਦੇ ਬਚਨ ਸੁਣੇ। ਗੁਰੂ ਦੀ ਬਾਣੀ ਜ਼ਰੂਰ ਸੁਣਿਆ ਕਰੋ, ਕਥਾ ਪਾਠ ਕੀਰਤਨ ਜ਼ਰੂਰ ਸੁਣੋ। ਰੋਜ਼ ਰੋਜ਼ ਕੋਈ ਵੀ ਗੱਲ ਤੁਸੀਂ ਸੁਣੋਗੇ ਤੁਹਾਡੇ ਮਨ ਨੂੰ ਅਪੀਲ ਕਰੇਗੀ। ਅੱਜ ਤੁਸੀਂ ਵੇਖਿਆ ਐਡਵਰਟਾਈਜ਼ਮੈਂਟ ਦਾ ਯੁੱਗ ਹੈ। ਕਰੋੜਾਂ 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 ਰੁਪਈਆਂ ਦੇ ਬਜਟ ਨੇ ਕੰਪਨੀਆਂ ਦੇ, ਸਿਰਫ ਐਡ ਦੇ। ਤੇ ਤੁਸੀਂ ਕਹੋ ਵੀ ਚਲੋ ਇੱਕ ਵਾਰੀ ਦੱਸ ਦਿੱਤਾ ਹੈ, ਆਪੇ ਜਿਹਨੇ ਲੈਣੀ ਹੋਏਗੀ ਲੈ ਲੇਗਾ, ਜਿਹਨੇ ਚੀਜ਼ ਨਹੀਂ ਲੈਣੀ ਉਹ ਨਾ ਲੈਗਾ। ਪਰ ਨਹੀਂ, ਫਿਰ ਐਡ ਆਉਂਦੀ ਹੈ, ਫਿਰ ਐਡ ਆਉਂਦੀ ਹੈ। ਕਿਉਂਕਿ ਜਿਨ੍ਹਾਂ ਨੇ ਇਹ ਐਡ ਦਾ ਇਹ ਸਿਸਟਮ ਇਸ ਤਰੀਕੇ ਨਾਲ ਬਣਾਇਆ ਹੈ, ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਮਨੁੱਖ ਦੀ ਸਟੱਡੀ ਵੀ ਕੀਤੀ ਹੈ। ਉਹਨਾਂ ਨੇ ਮਨੁੱਖ ਨੂੰ ਪੜ੍ਹਿਆ ਵੀ ਹੈ ਕਿ ਤੁਸੀਂ ਬਾਰ-ਬਾਰ ਕਹੋਗੇ ਤੇ ਇਹਦਾ ਮਨ ਜਿਹੜਾ ਉਹ ਮੰਨ ਜਾਏਗਾ, ਇਹਦਾ ਮਨ ਮੰਨ ਜਾਏਗਾ। ਇਹ ਗੱਲ ਤੁਸੀਂ ਮੰਗਤੇ ਤੋਂ ਵੀ ਸਿੱਖੀ ਹੋਣੀ ਹੈ। ਮੰਗਤਾ ਤੁਹਾਡੇ ਕੋਲ ਆਇਆ, ਬਾਊ ਜੀ 2 ਰੁਪਏ ਦੇ ਦਿਓ, ਤੁਸੀਂ ਕਹੇ ਚੱਲ, ਉਹਨੇ फिर शुरू कर लिया, वाहिगुरु के नाम से दे दो जी, बच्चों के नाम से दे दो जी, परमात्मा आपको बड़ी पदवी देगा जी। क्योंकि उन्होंने पता है कि जो मैं 10 15 20 गल्लां कहांगा, कोई गल तो हिट करेगी। इस करके एक गुरबाणी का भी शब्द है, ढीठ होए मांगो। मंगण लई ढीठ होना जरूरी है। तो जिहड़ा ढीठ हो गया लै गया, वो नहीं खाली मुड़दा। ਮੰਗਣ ਦਾ ਨਾ ਇੱਕ ਤਰੀਕਾ ਹੈ। ਤੁਸੀਂ ਕਿਸੇ ਦੇ ਘਰ ਗਏ ਮੰਗਣ, ਮਾਤਾ ਜੀ ਰੋਟੀ ਦਿਓ, ਉਹ ਕਹਿੰਦੀ ਵੀ ਕਾਕਾ ਅਜੇ ਤਾਂ ਅਸੀਂ ਆਟਾ ਵੀ ਨਹੀਂ ਗੁੰਨਿਆ। ਮੇਰੇ ਵਰਗਾ ਅਗਲੇ ਘਰ ਗਿਆ, ਉਹ ਕਿਹਾ ਜੀ ਮਾਤਾ ਜੀ ਰੋਟੀ ਦਿਓ, ਉਹ ਕਹਿੰਦੀ ਪੁੱਤ ਅਜੇ ਤਾਂ ਅਸੀਂ ਤੰਦੂਰ ਵੀ ਨਹੀਂ ਤਪਾਇਆ। ਤੀਜੇ ਘਰ ਫਿਰ ਚਲਾ ਗਿਆ, ਉਹ ਕਹਿੰਦੇ ਵੀ ਅਸੀਂ ਤਾਂ ਅਜੇ ਦਾਲ ਵੀ ਨਹੀਂ ਰਿੰਨੀ। ਉਹ ਕਹਿੰਦੇ ਜਿਹੜਾ ਇੱਦਾਂ ਦਾ ਹੁੰਦਾ ਉਹ ਸਾਰਾ ਪਿੰਡ ਮੰਗ ਕੇ ਵੀ ਭੁੱਖਾ ਰਹਿੰਦਾ ਹੈ। ਪਰ ਜਿਹੜੇ ਢੀਠ ਮੰਗਤੇ ਹੁੰਦੇ ਨੇ, ਉਹ ਪਹਿਲੇ ਘਰ ਗਿਆ, ਉਹਨੇ ਕਿਹਾ ਮਾਤਾ ਜੀ ਰੋਟੀ, ਕਹਿੰਦੀ ਪੁੱਤ ਅਜੇ ਤਾਂ ਆਟਾ ਵੀ ਨਹੀਂ ਗੁੰਨਿਆ। ਕਹਿੰਦਾ ਚੰਗਾ ਬੇਬੇ ਮੈਂ ਬੈਠਾ, ਜਦੋਂ ਪੱਗੀਆਂ ਦੇ ਦੇਵੀਂ। ਉਹਨੇ ਪਹਿਲੇ ਘਰੋਂ ਹੀ ਝੋਲੀ ਭਰ ਲੈਣੀ ਹੈ, ਉਹ ਨਹੀਂ ਭੁੱਖਾ ਮੁੜਦਾ। ਹਾਂਜੀ। ਸੇ ਉਦਰੇ ਸੰਗ ਬ੍ਰਿੰਦ ਉਦਾਰੇ, ਤਿੰਨ ਪਰ ਕਵਸ ਦੀ ਬਲਹਾਰੇ। ਐਸੇ ਬੜੇ ਸਿੱਖ ਜਿਹੜੇ ਭਾਈ ਕਾਲੂ ਖੱਤਰੀ ਦੇ ਨਾਲ ਤਰੇ, ਤਿੰਨ ਪਰ ਕਵ ਸਦੀਵ ਬਲਹਾਰੇ। ਕਵੀ ਭਾਈ ਸੰਤੋਖ ਸਿੰਘ ਕਹਿੰਦੇ ਨੇ, ਮੈਂ ਇਹੋ ਜਿਹੇ ਗੁਰਸਿੱਖਾਂ ਤੋਂ ਸਦਾ ਹੀ ਸਦਕੇ ਜਾਣਾ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਨੂੰ ਆ ਕੇ ਮੱਥਾ ਟੇਕਿਆ, ਗੁਰੂ ਦੇ ਬਚਨ ਸੁਣੇ, ਗੁਰੂ ਦੇ ਬਚਨ ਕਮਾਏ, ਆਪਣਾ ਭਲਾ ਕੀਤਾ। ਫਿਰ ਆਪਣਾ ਹੀ ਨਹੀਂ ਕੀਤਾ, ਫਿਰ ਦੂਸਰਿਆਂ ਦਾ ਵੀ ਕੀਤਾ। ਹਾਂਜੀ। ਹੁਣ ਇੱਕ ਦਿਨ ਧਰਮਸ਼ਾਲਾ ਮਾਹੀ, ਬੈਠੇ ਪ੍ਰਭੂ ਸਿੱਖ ਬੋ ਜਾਹੀ। ਇੱਕ ਦਿਨ ਧਰਮਸ਼ਾਲਾ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸਨ, ਸੰਗਤ ਵੀ ਬੈਠੀ ਸੀ। ਹਾਂਜੀ। ਮ੍ਰਿੰਦਲ ਮਦਰ ਕੀਰਤਨ ਤੁਨ ਹੋਤੀ, ਸੁਨਤ ਸਰੋਤ ਹਵੈ ਸੁਮਤ ਉਦੋਤੀ। ਕੀਰਤਨ ਹੋ ਰਿਹਾ ਸੀ ਔਰ ਸੰਗਤ ਜਿਹੜੀ ਉਹ ਮੰਤਰ ਮੁਗਧ ਹੋ ਕੇ ਉਸ ਕੀਰਤਨ ਦਾ ਆਨੰਦ ਵੀ ਮਾਣ ਰਹੀ ਸੀ। ਹਾਂਜੀ। ਕਤਰੀ ਭਗਤਾ ਉਹਰੀ, ਜਾਪੂ ਵੰਸੀ ਦੋਏ। ਇੱਥੇ ਇੱਕ ਖੱਤਰੀ ਭਗਤਾ ਉਹਰੀ, ਜਾਪੂ ਵੰਸੀ ਦੋਏ। ਇੱਕ ਜਾਪੂ ਵੰਸੀ, ਇਹ ਦੋ ਵਿਅਕਤੀ ਨੇ ਜਿਹੜੇ ਸਤਿਗੁਰੂ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਹਾਂਜੀ। ਬੰਧਨ ਕਰ ਹਰ ਕੇ ਹਿਰਦੇ, ਮਗਨ ਪ੍ਰੇਮ ਮੈਂ ਹੋਏ।
ਇਹਨਾਂ ਨੇ ਆ ਕੇ ਮੱਥਾ ਟੇਕਿਆ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਹਾਂਜੀ, ਠਾਡੇ ਹੋਏ ਕੀਨ ਅਰਦਾਸ, ਤੁਮਰੋ ਦਰਸ਼ਨ ਗਿਆਨ ਪ੍ਰਗਾਸ। ਠਾਂਡੇ ਹੋਏ ਕੀਨ ਅਰਦਾਸ, ਗੁਰੂ ਦੇ ਸਨਮੁਖ ਖੜੇ ਹੋ ਗਏ, ਗੁਰੂ ਦੇ ਸਨਮੁਖ ਅਰਦਾਸ ਕੀਤੀ। ਹਾਂਜੀ, ਵਿਦਿਆ ਬਿਖੇ ਨਿਪੁਨ ਜੋ ਨਰ ਹੈ, ਸਦਾ ਵਿਚਾਰ ਕਰਤ ਤੇ ਤਰ ਹੈ। ਇਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿਦਿਆ ਦੇ ਵਿੱਚ ਜਿਹੜੇ ਨਿਪੁੰਨ ਲੋਕ ਹੁੰਦੇ ਨੇ, ਪੁੱਗੇ ਹੋਏ ਹੁੰਦੇ ਨੇ, ਸਦਾ ਵਿਚਾਰ ਕਰਤ ਤੇ ਤਰ ਹੈ, ਤੋ ਫਿਰ ਆਪਣੀ ਵਿਦਿਆ ਨੂੰ ਵਿਚਾਰਦੇ ਨੇ ਤੇ ਭਵ ਸਾਗਰ ਨੂੰ ਪਾਰ ਕਰ ਜਾਂਦੇ ਨੇ। ਹਾਂਜੀ, ਹਮਕ ਵਿਦਿਆਹੀਨ ਪਛਾਨੋ, ਜਿਉ ਉਦਾਰ ਹੈ ਤਿਉ ਸੋ ਬਖਾਨੋ। ਆਖਿਆ ਮਹਾਰਾਜ ਪੜ੍ਹੇ ਲਿਖੇ ਤੇ ਆਪਣੀ ਵਿਦਿਆ ਨਾਲ, ਪੜ੍ਹਾਈ ਨਾਲ ਭਵ ਸਾਗਰ ਨੂੰ ਪਾਰ ਕਰਦੇ ਨੇ, ਪਰ ਅਸੀਂ ਤਾਂ ਦੋਵੇਂ ਬਿਲਕੁਲ ਅਨਪੜ੍ਹ ਹਾਂ, ਸਾਨੂੰ ਤਾਂ ਕੋਈ ਵਿਦਿਆ ਆਉਂਦੀ ਨਹੀਂ, ਕੋਈ ਦੁਨਿਆਵੀ ਅੱਖਰਾਂ ਦਾ ਬੋਧ ਗਿਆਨ ਸਾਡੇ ਕੋਲ ਨਹੀਂ ਹੈ। ਹਾਂਜੀ, ਸੁਨ ਕੈ ਬੋਲੇ ਸ੍ਰੀ ਗੁਰ ਤਬ ਹੀ, ਮਨ ਮੁਖ ਕਰਮ ਤਜੋ ਜੇ ਸਭ ਹੀ। ਤਾਂ ਸਤਿਗੁਰੂ ਪਿਤਾ ਜੀ ਨੇ ਇਹ ਨਹੀਂ ਕਿਹਾ ਵੀ ਜਾਓ ਕਾਕਾ ਫਿਰ ਪਹਿਲਾਂ ਪੜ੍ਹ ਕੇ ਆਓ, ਨਾ, ਸਤਿਗੁਰੂ ਜੀ ਨੇ ਆਖਿਆ ਕਿ ਤੁਸੀਂ ਜਿਹੜੇ ਮਨ ਮੁਖਤਾ ਵਾਲੇ ਕਰਮ ਨੇ ਫਿਰ ਉਹ ਛੱਡ ਦਿਓ। ਇਹ ਜਿਹੜੀ ਵਿਦਿਆ ਹੈ ਨਾ, ਇਹ ਸੰਸਾਰ ਦੀ ਕਾਰ ਹੈ। ਦੇਖੋ ਹੁਣ ਡਾਕਟਰੀ ਹੈ, ਹੁਣ ਡਾਕਟਰੀ ਡਰਾਈਵਰੀ 'ਚ ਨਹੀਂ ਚੱਲਦੀ, ਹੁਣ ਡਰਾਈਵਰੀ ਹੈ ਉਹ ਕੋਰਟ 'ਚ ਨਹੀਂ ਚੱਲਦੀ। ਇਸੇ ਕਰਕੇ ਹਰ ਵਕੀਲ ਨੇ ਇੱਕ ਡਰਾਈਵਰ ਵੀ ਰੱਖਿਆ ਹੁੰਦਾ ਹੈ। ਹੁਣ ਜੇ ਕਹੋ ਜੀ ਨਹੀਂ ਇਹ ਸਾਰੀਆਂ ਚੀਜ਼ਾਂ ਸਾਰੀਆਂ ਥਾਵਾਂ ਤੇ, ਤੁਸੀਂ ਜਿਹੜੀ ਵਿਦਿਆ ਪ੍ਰਾਪਤ ਕੀਤੀ ਹੈ ਉਹ ਵਿਦਿਆ ਸੰਸਾਰ ਦੀ ਤੁਹਾਡੀ ਇੱਕ ਕਾਰ ਹੈ, ਤੁਸੀਂ ਉਹ ਕੰਮ ਕਰੋਗੇ ਉਹਦੇ ਨਾਲ ਤੁਹਾਡਾ ਰੋਟੀ ਰੋਜੀ ਦਾ ਗੁਜ਼ਰਾਨ ਚੱਲ ਜਾਏਗਾ, ਬਾਕੀ ਸਾਰੇ ਸਾਧਨ ਵੀ ਪੂਰੇ ਹੋ ਜਾਣਗੇ। ਇਹ ਪੜ੍ਹਨਾ ਲਿਖਣਾ ਸੰਸਾਰ ਕੀ ਕਾਰ ਹੈ। ਪੜ੍ਹਨਾ ਲਿਖਣਾ ਆਉਣਾ ਇਹ ਸੰਸਾਰ ਦਾ ਇੱਕ ਧੰਦਾ ਹੈ। ਜਿਵੇਂ ਕਿਸੇ ਨੇ ਹੱਟੀ ਕਰ ਲਈ, ਕਿਸੇ ਨੇ ਤੁਰ ਫਿਰ ਕੇ ਸਮਾਨ ਵੇਚ ਲਿਆ, ਵਣਜ ਵਪਾਰ ਕਰ ਲਿਆ, ਕਿਸੇ ਨੇ ਖੇਤੀਬਾੜੀ ਕਰ ਲਈ, ਤੇ ਕਿਸੇ ਨੇ ਪੜ੍ਹ ਲਿਖ ਕੇ ਨੌਕਰੀ ਕਰ ਲਈ। ਇਹ ਵੀ ਇੱਕ ਕਿਰਤ ਹੈ, ਪੜ੍ਹਨਾ ਤੇ ਗੁਣਨਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਕਿ ਭਾਈ ਫਿਰ ਤੁਹਾਨੂੰ ਜੇ ਤੁਸੀਂ ਨਹੀਂ ਪੜ੍ਹੇ ਲਿਖੇ ਤੇ ਤੁਹਾਡਾ ਵੀ ਉਧਾਰ ਹੋ ਸਕਦਾ ਹੈ, ਪਰ ਇਹਦੇ ਵਾਸਤੇ ਕਰਨਾ ਕੀ ਹੈ? ਸੁਣ ਕੇ ਬੋਲੇ ਸ੍ਰੀ ਗੁਰ ਤਬ ਹੀ, ਮਨਮੁਖ ਕਰਮ ਤਜੋ ਜੇ ਸਭ ਹੀ। ਫਿਰ ਤੁਸੀਂ ਇੱਦਾਂ ਕਰੋ ਭਾਈ, ਪੜ੍ਹਨ ਦੀ ਹੁਣ ਲੋੜ ਨਹੀਂ ਹੈਗੀ, ਪਰ ਜਿਹੜੇ ਮਨਮੁਖਤਾ ਵਾਲੇ ਕਰਮ ਨੇ, ਮਨ ਦੇ ਮਗਰ ਤੁਰਨ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਛੱਡ ਦਿਓ। ਹਾਂਜੀ, ਤਬ ਹੋਵੇ ਕਲਿਆਣ ਤੁਮਾਰਾ, ਬਹੁਰ ਨ ਪਾਵੋਗੇ ਸੰਸਾਰਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਹੁਣ ਵਾਹਿਗੁਰੂ ਦਾ ਸਿਮਰਨ ਕੇਵਲ ਅਨਪੜ੍ਹ ਲਈ ਨਹੀਂ ਹੈ, ਪੜ੍ਹੇ ਲਿਖੇ ਵਾਸਤੇ ਵੀ ਹੈ। ਪੜ੍ਹਿਆ ਲਿਖਿਆ ਲੱਗ ਕਹੀ ਜਾਵੇ ਮੈਨੂੰ ਫਰੈਂਚ ਆਉਂਦੀ ਹੈ, ਕੋਈ ਗੱਲ ਨਹੀਂ। ਉਹ ਲੱਗ ਕਵੇ ਮੈਨੂੰ ਸਪੈਨਿਸ਼ ਵੀ ਆਉਂਦੀ ਹੈ, ਤਾਂ ਵੀ ਕੋਈ ਗੱਲ ਨਹੀਂ। ਉਹ ਕਵੇ ਜੀ ਮੈਨੂੰ ਤਾਮਿਲ ਵੀ ਆਉਂਦੀ ਹੈ, ਮੈਨੂੰ ਉੜੀਆ ਵੀ ਆਉਂਦੀ ਹੈ, ਮੈਨੂੰ ਮਰਾਠੀ ਵੀ ਆਉਂਦੀ ਹੋਏਗੀ, ਪਰ ਵਾਹਿਗੁਰੂ ਤਾਂ ਕਹਿਣਾ ਹੀ ਪਵੇਗਾ। ਅਨਪੜ੍ਹ ਦਾ ਸਿੱਧਾ ਵਾਹਿਗੁਰੂ ਕਹਿ ਕੇ ਵੀ ਗੁਜ਼ਾਰਾ ਹੋ ਸਕਦਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੇ। ਦੁਨਿਆਵੀ ਵਿਦਿਆ ਦਾ, ਭਾਸ਼ਾਵਾਂ ਦਾ ਗਿਆਨ ਜਿਹੜਾ ਹੈ ਉਹ ਤੁਹਾਡੇ ਦੁਨਿਆਵੀ ਜਿਹੜੇ ਮਰਤਬੇ ਨੇ ਉਹਨਾਂ ਨੂੰ ਉੱਚਾ ਕਰੇਗਾ, ਦੁਨੀਆ ਵਿੱਚ ਤੁਹਾਡਾ ਮਾਣ ਤਾਣ ਵਧਾਏਗਾ, ਦੁਨੀਆ ਵਿੱਚ ਤੁਹਾਡੇ ਰੋਟੀ ਰੋਜੀ ਦੇ ਸਾਧਨ ਹੋਰ ਵੱਧ ਜਾਣਗੇ। ਭਾਈ ਜਿਹਨੂੰ ਜਿੰਨੀਆਂ ਭਾਸ਼ਾ ਵੱਧ ਆਉਂਦੀਆਂ ਹੋਣਗੀਆਂ ਉਹਨੂੰ ਉੱਦਾਂ ਦੀਆਂ ਨੌਕਰੀਆਂ, ਉੱਦਾਂ ਦੀਆਂ ਵੱਡੀਆਂ ਤਨਖਾਹਾਂ ਵੀ ਮਿਲਣਗੀਆਂ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ। ਹਾਂਜੀ, ਪ੍ਰਸ਼ਨ ਕੀਨ ਤਿਨ ਦ્વੈ ਕਰ ਜੋਰੈ, ਮਨ ਮੁਖ ਕਰਮ ਕਹੋ ਜੋ ਸ਼ੋਰਾ। ਕਹਿਣ ਲੱਗੇ ਜੀ ਇਹ ਤਾਂ ਗੱਲ ਸਮਝ ਆ ਗਈ ਵੀ ਅਸੀਂ ਉੱਠਦਿਆਂ ਬਹਿੰਦਿਆਂ ਅਸੀਂ ਸਤਨਾਮ ਕਹੀਏ, ਵਾਹਿਗੁਰੂ ਕਹੀਏ,
पर ਜਿਹੜਾ ਬਚਨ ਤੁਸੀਂ ਆਖਿਆ ਕਿ ਮਨ ਮੁਖਤਾ ਵਾਲੇ ਕਰਮ ਛੱਡਣੇ ਨੇ, ਕਹਿਣ ਲੱਗੇ ਜੀ ਉਹ ਵੀ ਸਮਝਾ ਦਿਓ ਵੀ ਮਨ ਮੁਖਾਂ ਵਾਲੇ ਕਰਮ ਕਿਹੜੇ ਨੇ। ਅਮੂਮਨ ਆਦਮੀ ਆਪਣੇ ਕਦੇ ਵੀ ਕੰਮ ਨੂੰ ਮਾੜਾ ਨਹੀਂ ਕਹਿੰਦਾ। ਜਿਹੜਾ ਵੀ ਬੰਦਾ ਕੰਮ ਕਰਦਾ ਉਹ ਸੋਚਦਾ ਮੈਂ ਬਿਲਕੁਲ ਠੀਕ ਕਰਦਾ, ਤੇ ਜਿੱਦਣ ਤੁਹਾਨੂੰ ਇਹ ਸਮਝ ਆ ਜਾਏ ਵੀ ਤੁਸੀਂ ਮਾੜਾ ਕੰਮ ਕਰਦੇ ਹੋ, ਸਮਝ ਲੈਣਾ ਵੀ ਇਹ ਹੁਣ ਕੰਮ ਬਹੁਤਾ ਚਿਰ ਤੁਸੀਂ ਕਰ ਨਹੀਂ ਸਕੋਗੇ, ਇਹ ਛੁੱਟ ਜਾਏਗਾ। ਉਹ ਲਾਈਨ ਤੁਸੀਂ ਬਦਲ ਲਓਗੇ ਆਪਣੀ, ਜਦੋਂ ਤੁਹਾਨੂੰ ਇਹ ਲੱਗੇ ਵੀ ਇਹ ਗਲਤ ਹੈ, ਇਹ ਠੀਕ ਨਹੀਂ ਹੈ। ਹਾਂਜੀ। ਧਬ ਸ੍ਰੀ ਗੁਰ ਸਗਰੀ ਬਿਦ ਬਰਨੀ, ਹਿਰਦੇ ਈਰਖਾ ਸਭ ਸੋ ਕਰਨੀ। ਸਤਿਗੁਰੂ ਕਹਿੰਦੇ ਪੜ੍ਹੇ ਲਿਖੇ ਹੋਵੋ ਜਾਂ ਨਾ ਹੋਵੋ, ਪਰ ਮਨ ਮੁਖਤਾ ਵਾਲੇ ਕਰਮ ਤਿਆਗੋ। ਹੁਣ ਪਹਿਲਾ ਕਰਮ ਕੀ ਹੈ? ਪਹਿਲਾ ਕਰਮ ਇਹ ਹੈ ਹਿਰਦੇ ਈਰਖਾ ਸਭ ਸੋ ਕਰਨੀ। ਹਰ ਬੰਦੇ ਨਾਲ ਈਰਖਾ ਕਰਨੀ। ਕੋਈ ਪੜ੍ਹਿਆ ਲਿਖਿਆ ਉਹਦੇ ਨਾਲ ਵੀ ਈਰਖਾ, ਕੋਈ ਸੋਹਣਾ ਹੈ ਉਹਦੇ ਨਾਲ ਵੀ ਈਰਖਾ, ਕੋਈ ਅਮੀਰ ਹੈ ਉਹਦੇ ਨਾਲ ਵੀ ਈਰਖਾ, ਕਿਸੇ ਦੀ ਡੀਲ ਡੌਲ ਵੱਡੀ ਹੈ ਉਹਦੇ ਨਾਲ ਵੀ ਈਰਖਾ। ਹਰ ਬੰਦੇ ਨਾਲ ਸਾੜਾ ਕਰਨਾ, ਹਰ ਬੰਦੇ ਨਾਲ ਮਨ ਵਿੱਚ ਪਰਾਈ ਤਾਤ ਰੱਖਣੀ, ਇਹ ਈਰਖਾ ਹੈ। ਇਹ ਜਿਹੜੀ ਹੈ ਇਹ ਸਭ ਤੋਂ ਵੱਡੀ ਮਨਮੁਖਤਾ ਹੈ। ਵੀ ਕਿਉਂ ਕਰਦਾ ਤੂੰ ਕਿਸੇ ਨਾਲ ਈਰਖਾ ਭਾਈ? ਕਿਉਂਕਿ ਤੇਰਾ ਤੇ ਕਿਸੇ ਨਾਲ ਰੱਬ ਨੇ ਕੋਈ ਭਾਗ ਜੋੜਿਆ ਹੀ ਨਹੀਂ ਹੈ। ਦੇਖੋ ਨਾ, ਜਦੋਂ ਅਸੀਂ ਆਪਸ ਵਿੱਚ ਦੁਨਿਆਵੀ ਤੌਰ ਤੇ ਲੜਦੇ ਹਾਂ ਤੇ ਸਿਆਣੇ ਬੰਦੇ ਦੋ ਤਿੰਨ ਗੱਲਾਂ ਪੁੱਛਦੇ ਨੇ। ਉਹ ਕਹਿੰਦੇ ਵੀ ਕੀ ਤੁਹਾਡੇ ਘਰ ਸਾਂਝੇ, ਕੰਧ ਸਾਂਝੀ ਹੈ, ਲੜਦੇ ਹੋ? ਕਹਿੰਦਾ ਜੀ ਨਹੀਂ। ਫਿਰ ਉਹ ਪੁੱਛਦੇ ਤੁਹਾਡਾ ਦੁਕਾਨਾਂ ਸਾਂਝੀਆਂ ਨੇ? ਉਹ ਕਹਿੰਦਾ ਜੀ ਨਹੀਂ। ਫਿਰ ਉਹ ਪੁੱਛਦੇ ਵੀ ਤੁਹਾਡੀ ਗਲੀ ਇੱਕ ਹੈ, ਵੀ ਉੱਥੋਂ ਲੰਘਣ ਲੱਗੇ ਇੱਕ ਦੂਜੇ ਨਾਲ ਖਹਿੰਦੇ ਹੋਵੋਗੇ ਤੁਸੀਂ? ਉਹ ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਲੜਾਈ ਕਾਹਦੀ ਹੈ? ਫਿਰ ਤਾਂ ਲੜਾਈ ਹੋਣੀ ਨਹੀਂ ਚਾਹੀਦੀ। ਜਦੋਂ ਤੁਹਾਡੀ ਕਿਸਮਤ, ਤੁਹਾਡੇ ਭਾਗ, ਤੁਹਾਡੇ ਕਰਮ ਕਿਸੇ ਨਾਲ ਜੁੜੇ ਹੀ ਨਹੀਂ ਰੱਬ ਨੇ, ਤੇ ਈਰਖਾ ਕਿਸ ਗੱਲ ਦੀ ਹੈ? ਈਰਖਾ ਤੇ ਹੀ ਹੁੰਦੀ ਹੈ ਨਾ ਵੀ ਮੇਰਾ ਕੱਦ ਜਿਹੜਾ ਜੀ ਉਹ 5 ਫੁੱਟ, ਇਹਦਾ 5.25 ਕਿਉਂ ਹੈ? ਵੀ ਉਹਦਾ 5.25 ਉਹਨੂੰ ਰੱਬ ਨੇ ਦਿੱਤਾ, ਤੇਰਾ 5 ਤੈਨੂੰ ਰੱਬ ਨੇ ਵੱਖਰਾ ਦਿੱਤਾ। ਉਹਦਾ ਪੈਕੇਜ 50 ਲੱਖ ਦਾ, ਤੇਰਾ ਪੈਕੇਜ 20 ਲੱਖ ਦਾ। ਉਹਨੂੰ ਵੱਖਰੀ ਕੰਪਨੀ 'ਚ ਨੌਕਰੀ ਮਿਲੀ, ਤੇਰੀ ਵੱਖਰੀ ਕੰਪਨੀ 'ਚ ਨੌਕਰੀ ਹੈ। ਤੇ ਈਰਖਾ ਕਿਸ ਗੱਲ ਦੀ ਹੈ? ਇਹ ਵੀ ਮਨਮੁਖਤਾ ਹੈ। ਬਿਨਾਂ ਕਾਰਨ ਲੋਕਾਂ ਨਾਲ ਈਰਖਾ ਕਰਨੀ, ਮਨ ਵਿੱਚ ਈਰਖਾ ਵੈਰ ਵਿਰੋਧ ਲੈ ਕੇ ਜਿਉਣਾ, ਇਹ ਮਨਮੁਖਤਾ ਦਾ ਕਰਮ ਹੈ। ਹਾਂਜੀ। ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ। ਹੁਣ ਸਾਡੇ ਵਿੱਚ ਜਿਹੜੇ ਮਨਮੁਖਤਾ ਦੇ ਕਰਮ ਨੇ, ਤੂੰ ਆਂਡਾ ਤੇ ਨਹੀਂ ਖਾਂਦਾ, ਤੂੰ ਮੀਟ ਤੇ ਨਹੀਂ ਖਾਂਦਾ, ਤੂੰ ਸ਼ਰਾਬ ਨੂੰ ਹੱਥ ਤੇ ਨਹੀਂ ਲਾਉਂਦਾ। ਅਸੀਂ ਇਹ ਜਿਹੜੀਆਂ ਕੁਝ ਗੱਲਾਂ ਨੇ ਇੱਥੇ ਲਿਆ ਕੇ ਧਰਮ ਨੂੰ ਰੋਕ ਦਿੱਤਾ। ਕੋਈ ਜਰਾਬਾਂ ਪਾ ਕੇ ਗੁਰਦੁਆਰੇ ਆ ਜਾਏ, ਸਾਰਾ ਗੁਰਦੁਆਰਾ ਉਹਨੂੰ ਕੁੱਟਣ ਤੱਕ ਜਾਂਦਾ ਹੈ। ਵੇਖੋ, ਉਹਨੂੰ ਰੋਕੋ, ਮੈਂ ਵੀ ਸਹਿਮਤ ਹਾਂ, ਪਰ ਇਹ ਜ਼ਰੂਰੀ ਵੀ ਉਹਦੇ 2-2 ਚਪੇੜਾਂ ਵੀ ਮਾਰੀਏ ਸਾਰੇ ਆਪਾਂ ਵੀ ਤੂੰ ਜਰਾਬਾਂ ਪਾ ਕੇ ਆ ਕਿਵੇਂ ਗਿਆ? ਹੋ ਸਕਦਾ ਉਹਨੂੰ ਨਾ ਪਤਾ ਹੋਵੇ। ਕੋਈ ਟੋਪੀ ਪਾ ਕੇ ਆ ਗਿਆ ਤਾਂ ਅਸੀਂ ਉਹਨੂੰ ਕੁੱਟਣ ਤੱਕ ਜਾਂਦੇ ਹਾਂ। ਅਸੀਂ ਉਹਨੂੰ ਸਮਝਾ ਸਕਦੇ ਹਾਂ ਕਿ ਭਾਈ ਇਹ ਠੀਕ ਨਹੀਂ ਹੈ। ਹੁਣ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਸੱਚੇ ਪਾਤਸ਼ਾਹ ਨੇ ਜਿਹੜੀ ਵਿਧੀ ਦੱਸੀ ਹੈ, ਉਹਦੇ ਵਿੱਚ ਪਹਿਲੀ ਈਰਖਾ ਨਹੀਂ ਕਰਨੀ, ਦੂਜੀ ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ। ਇਹ ਵੀ ਮਨਮੁਖਾਂ ਦਾ ਕਰਮ ਹੈ ਕਿ ਜਿੰਨੀਆਂ ਸੰਸਾਰ ਦੀਆਂ ਚੀਜ਼ਾਂ ਨੇ ਇਹ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਇਹਨੂੰ ਸਟੋਰੇਜ ਕਹਿ ਲਓ, ਇਹਨੂੰ ਲਾਲਚ ਕਹਿ ਲਓ। ਤੁਸੀਂ ਵੇਖਿਆ ਹੀ ਹੈ ਲੋਕਾਂ ਦੇ ਘਰਾਂ 'ਚੋਂ ਕਰੋੜਾਂ ਰੁਪਈਆਂ ਦੀ ਕਰੰਸੀ ਵੀ ਪਹਿਲਾਂ ਪੁਰਾਣੇ ਨੋਟਾਂ ਦੀ ਮਿਲਦੀ ਸੀ, ਅੱਜ ਕੱਲ੍ਹ ਨਵਿਆਂ ਦੀ ਵੀ ਮਿਲੀ ਜਾਂਦੀ ਹੈ। ਉਹਦਾ ਅਰਥ ਹੈ ਵੀ ਸਾਰਾ ਕੁਝ ਮੇਰੇ ਕੋਲ ਹੀ ਹੋਣਾ ਚਾਹੀਦਾ। ਇਹ ਵੀ ਮਨਮੁਖਾਂ ਦਾ ਕਰਮ ਹੈ। ਅਸੀਂ ਮਨਮੁਖਾਂ ਦੇ ਕਰਮ ਇਹ ਹੈ ਵੀ ਇਹ ਨੰਗੇ ਸਿਰ ਗੁਰਦੁਆਰੇ ਆ ਗਏ, ਮਨਮੁਖ ਹੈ ਜੀ। ਇਹਨੇ ਕੱਪੜੇ ਥੋੜ੍ਹੇ ਪਾਏ ਨੇ, ਮਨਮੁਖ ਹੈ ਜੀ। ਨਹੀਂ, ਇਹ ਉਹਨਾਂ ਦੀਆਂ ਗਲਤੀਆਂ ਨੇ, ਇਹ ਆਪਾਂ ਨੂੰ ਸੁਧਾਰਨੀਆਂ ਚਾਹੀਦੀਆਂ ਨੇ। ਪਰ ਅਸੀਂ ਕਹੀਏ ਵੀ ਇੰਨਾ ਹੀ ਕੁਝ ਹੈ, ਇਸ ਤੋਂ ਅੱਗੇ ਨਹੀਂ,
ਨਹੀਂ ਇਹ ਸਾਰਾ ਹੁਣ ਵੇਖੋ ਤੁਸੀਂ, ਹੁਣ ਜੋੜੇ ਤਾਂ ਆਪਾਂ ਵੇਖ ਲਏ, ਜਰਾਬਾਂ ਵੀ ਵੇਖ ਲਈਆਂ, ਕਿਸੇ ਦੀਆਂ ਨੰਗੀਆਂ ਲੱਤਾਂ ਵੇਖ ਲਈਆਂ ਵੀ ਇਹਨੇ ਅੱਧੇ ਕੱਪੜੇ ਪਾਏ ਨੇ ਜੀ, ਕਿਸੇ ਦੇ ਸਿਰ ਦਾ ਰੁਮਾਲ ਵੇਖ ਲਿਆ। ਹੁਣ ਈਰਖਾ ਕਿਹਦੀ ਵੇਖੋਗੇ ਤੁਸੀਂ? ਹੁਣ ਇੱਕ ਬੰਦਾ ਉਹ ਚਾਹੁੰਦਾ ਵੀ ਸਾਰੇ ਪੈਸੇ ਮੇਰੇ ਕੋਲ ਹੀ ਆ ਜਾਣ, ਇਹ ਵੀ ਮਨਮੁਖ ਦਾ ਕਰਮ ਹੈ। ਹਾਂਜੀ, सदन बेपूत अबर को देखी, पीरा पावेर देव सेखी। ਕਿਸੇ ਦੇ ਘਰ ਗਏ, ਉਹਦੇ ਘਰ ਬਭੂਤੀ ਵੇਖੀ, ਉਹਦੇ ਘਰ ਦੀ ਕਰੋਕਰੀ ਵੇਖੀ, ਉਹਦੇ ਘਰ ਦੇ ਸ਼ੋਕੇਸ ਵੇਖੇ, ਉਹਦੇ ਘਰ ਦੀਆਂ ਬਣੀਆਂ ਅਲਮਾਰੀਆਂ ਵੇਖੀਆਂ, ਉਹਦੇ ਘਰ ਦਾ ਡਾਈਨਿੰਗ ਟੇਬਲ ਵੇਖਿਆ, ਸੋਫਾ ਵੇਖਿਆ, ਟੀਵੀ ਵੇਖ ਲਿਆ, ਬਸ ਉੱਥੇ ਹੀ ਸੜ ਗਏ। ਇਹ ਵੀ ਮਨਮੁਖ ਦਾ ਕਰਮ ਹੈ। ਅਗਲੇ ਨੇ ਤੁਹਾਨੂੰ ਘਰ ਬੁਲਾਇਆ, ਪਤਾ ਨਹੀਂ ਕਿੰਨਾ ਚਾਅ ਹੋਣਾ ਹੈ ਉਹਨੂੰ। ਮੈਂ ਆਪ ਜੀ ਨੂੰ ਦੱਸਿਆ ਸੀ ਕਿ ਮੇਰੇ ਕੋਲ ਹੁੰਦੀ ਸੀ ਕੰਟੈਸਾ ਕਾਰ, ਹੈ ਸੀ ਜਗਾੜ, ਪੈਟਰੋਲ ਦੀ ਕੰਟੈਸਾ ਸੀ, ਤੇ ICU ਦਾ ਉਹਦੇ ਵਿੱਚ ਇੰਜਨ ਰਖਾਇਆ ਮੈਂ ਬੱਸ ਅੱਡੇ ਕੋਲੋਂ, ਜਿਹੜੀ ਮਾਰਕੀਟ ਹੈ, ਸ਼ਾਇਦ ਉਹਨੂੰ ਗੋਖਲਾ ਮਾਰਕੀਟ ਕਹਿੰਦੇ ਨੇ, 30 ਹਜ਼ਾਰੀ ਕੋਟ ਦੇ ਨਾਲ ਹੀ ਹੈ। ਜਸਵੀਰ ਸਿੰਘ ਮਿਸਤਰੀ ਹੁੰਦਾ ਸੀ, 5000 ਉਹਨੇ ਰੱਖਣ ਦਾ ਲਿਆ, 60,000 ਰੁਪਈਆ ਲੱਗਾ, ਲੱਖ ਦੀ ਉਹ ਸੀ, 1.5 ਲੱਖ ਦੀ ਕਾਰ ਬਣ ਗਈ, 1,60,65,000 ਦੀ। ਸੀਸਗੰਜ ਸਾਹਿਬ ਮੇਰੀ ਸੇਵਾ ਸੀ, ਤੇ ਕਿਸੇ ਵਪਾਰੀ ਸਿੱਖ ਨੇ ਮੈਨੂੰ DCM ਦੇ ਤੌਲੀਏ ਲਿਆਤੇ ਚਿੱਟੇ, ਉਹ ਸੀਟ ਕਵਰ ਬਣ ਗਏ। ਉਹ ਇੱਕ ਮਿਸਤਰੀ ਆਉਂਦਾ ਸੀ ਉੱਥੇ, ਉਹਦਾ ਡੈਂਟਿੰਗ ਪੇਂਟਿੰਗ ਦਾ ਕੰਮ ਸੀ, ਕਹਿੰਦਾ ਗਿਆਨੀ ਜੀ ਮੇਰੇ ਕੋਲ ਘੱਲੋ ਲਿਆਓ, ਇਹਦਾ ਮੈਂ ਟੌਰ ਕੱਢਾਂ। ਪੁਰਾਣੀ ਕੰਟੈਸਾ ਲੋਹਾ ਹੀ ਹੁੰਦਾ ਸੀ ਸਾਰਾ, ਕੁੱਟ ਕੇ ਉਹਨੇ ਬੰਪਰ ਸਿੱਧੇ ਕਰਤੇ, ਪੇਂਟ ਪੂਟ ਕਰਤਾ। ਪੰਜਾਬ ਤੋਂ ਇੱਕ ਬੜੇ ਮੰਨੇ ਪਰਮੰਨੇ ਰਾਗੀ ਸਿੰਘ ਆਏ, ਕਹਿੰਦੇ ਗਿਆਨੀ ਜੀ ਉਸ ਲੀਡਰ ਨੂੰ ਮਿਲਣਾ ਹੈ। ਸਿੱਖ ਲੀਡਰ ਸੀ, ਫਿਰੋਜ਼ਸ਼ਾਹ ਰੋਡ ਤੇ ਰਹਿੰਦਾ ਸੀ। ਮੈਂ ਉਹਨੂੰ ਫੋਨ ਕੀਤਾ, ਇਹ ਗੱਲ ਹੋਣੀ 95-96 ਦੀ। ਉਹ ਕਹਿੰਦਾ ਗਿਆਨੀ ਜੀ ਛੇਤੀ ਆ ਜਾਓ, ਮੈਂ ਕਿਤੇ ਜਾਣਾ ਹੈ। ਹੁਣ ਮੈਂ ਉਹਨਾਂ ਨੂੰ ਆਪਣੀ ਕਾਰ 'ਚ ਹੀ ਬਿਠਾ ਲਿਆ। ਜਦੋਂ ਅਸੀਂ ਫਿਰੋਜ਼ਸ਼ਾਹ ਰੋਡ ਤੇ ਆਏ, 18 ਨੰਬਰ ਕੋਠੀ ਸੀ ਉਹਦੀ, ਉਹ ਅੱਗੋਂ ਕਾਰ ਤੇ ਬਾਹਰ ਨਿਕਲਿਆ ਵੇ ਅੰਬੈਸਡਰ ਤੇ, ਮੈਂ ਕਾਰ ਉਹਦੇ ਨਾ ਅੱਗੇ ਲਾਤੀ, ਉਹਦੀ ਕਾਰ ਦੇ ਫਰੰਟ ਤੇ। ਉਹ ਇੱਜ਼ਤ ਕਰਦਾ ਸੀ, ਉਤਰ ਗਿਆ, ਉਤਰ ਕੇ ਮੇਰੀ ਕਾਰ 'ਚ ਹੀ ਬਹਿ ਗਿਆ। ਕਹਿੰਦਾ ਮੈਂ ਲੇਟ ਹੋ ਗਿਆ, ਤੁਸੀਂ ਵੀ ਲੇਟ ਆਏ ਹੋ, ਚਲੋ ਮੈਂ ਤੁਹਾਡੀ ਗੱਡੀ 'ਚ ਬਹਿਣਾ, ਕੰਮ ਦੱਸੋ। ਮੈਂ ਕਿਹਾ ਜੀ ਮੈਨੂੰ ਤਾਂ ਕੋਈ ਕੰਮ ਨਹੀਂ, ਆ ਗੁਰੂ ਕੇ ਕੀਰਤਨੀਆਂ ਨੇ, ਇਹਨਾਂ ਨੂੰ ਕੰਮ ਹੈ। ਉਹ ਕਹਿੰਦੇ ਜੀ ਸਾਡੇ ਪਾਸਪੋਰਟ ਫਸੇ ਨੇ। ਉਹਨੇ ਕਿਹਾ ਜੀ ਤੁਸੀਂ ਮੈਨੂੰ ਦਿਓ, ਮੈਂ ਕਰਾ ਦੇਣਾ। ਹੁਣ ਪਤਾ ਨਹੀਂ ਹੋਇਆ ਕੰਮ ਕਿ ਨਹੀਂ ਹੋਇਆ। ਚਲੋ ਇੰਨੀ ਗੱਲ ਤੋਂ ਬਾਅਦ ਉਹ ਭਾਈ ਸਾਹਿਬ ਉਤਰ ਗਏ, ਮੈਂ ਆਪਣੇ ਘਰ ਆ ਗਿਆ, ਉਹ ਸਰਦਾਰ ਆਪਣੇ ਕੰਮ ਤੇ ਚਲਾ ਗਿਆ। ਹੁਣ ਇਹ ਰਾਗੀ ਸਿੰਘ ਚਲੇ ਗਏ ਨੋਇਡਾ 18 ਸੈਕਟਰ, ਉੱਥੇ ਸੈਕਟਰੀ ਅਮਰਦੀਪ ਸਿੰਘ ਅੱਜ ਵੀ ਹੈਗਾ, ਅੱਜ ਤੋਂ 26 ਸਾਲ ਪਹਿਲਾਂ ਵੀ ਉਹੀ ਸੀ। ਉਹਦਾ ਮੈਨੂੰ ਫੋਨ ਆ ਗਿਆ, ਕਹਿੰਦਾ ਗਿਆਨੀ ਜੀ ਕਾਰ ਬੜੀ ਵੱਡੀ ਰੱਖੀ ਹੈ। ਮੈਂ ਕੀ ਹੋ ਗਿਆ? ਕਹਿੰਦਾ ਜਿਹੜੇ ਰਾਗੀ ਸਿੰਘ ਬੈਠੇ ਸੀ ਉਹ ਤੇ ਔਖਾ ਹੀ ਲੈ ਗਏ ਨੇ। ਕਹਿੰਦੇ ਗਿਆਨੀ ਰਣਜੀਤ ਸਿੰਘ ਦੀ ਕਮਾਈ ਬੜੀ ਹੈ। ਹੁਣ ਦੱਸੋ ਇਹ 'ਚ ਮੈਂ ਕੀ ਮਾੜਾ ਕੀਤਾ? ਕੰਮ ਉਹਨਾਂ ਦਾ, ਆਪਣੀ ਗੱਡੀ 'ਚ ਬਿਠਾਇਆ, ਗੱਡੀ ਮੇਰੀ ਜਗਾੜ ਸੀ। ਹੁਣ ਪੈਟਰੋਲ ਦੀ ਗੱਡੀ 'ਚ ਡੀਜ਼ਲ ਦਾ ਇੰਜਨ ਰੱਖ ਦਿਓ, ਦੱਸੋ ਕਿਹੜੀ ਕੰਪਨੀ ਦੀ ਬਚੀ ਉਹ? ਕੰਮ ਉਹਨਾਂ ਦਾ ਮੈਂ ਕਰਾਇਆ, ਉਹਨਾਂ ਨੇ ਹੌਕਾ ਲੈ ਲਿਆ ਵੀ ਇਹਦੀ ਤਾਂ ਗਿਆਨੀ ਰਣਜੀਤ ਸਿੰਘ ਦੀ ਕਮਾਈ ਬੜੀ ਹੈ। ਆਹ ਅੱਜ ਦੀ ਕਥਾ ਹੈ। ਇਹ ਵੀ ਮਨਮੁਖ ਦਾ ਕਰਮ ਹੈ। ਫਿਰ ਸੁਣ ਲਓ, ਸਦਨ ਵਿਭੂਤ ਅਪਰ ਕੋ ਦੇਖੀ। ਕਿਸੇ ਦੇ ਘਰ ਸਕੂਟਰ ਖੜਾ ਵੇਖਿਆ, ਮੋਟਰਸਾਈਕਲ ਵੇਖਿਆ, ਟਰੈਕਟਰ ਵੇਖਿਆ, ਕਿਸੇ ਦੀ ਟਰਾਲੀ ਵੇਖੀ, ਕਿਸੇ ਦਾ ਟਰੱਕ ਵੇਖਿਆ, ਕਿਸੇ ਦੀ ਟੀਵੀ ਵੇਖਿਆ, ਕਿਸੇ ਦਾ ਕੋਈ ਡਾਈਨਿੰਗ ਟੇਬਲ ਹੀ ਵੇਖ ਲਿਆ, ਬੈੱਡ ਵੇਖ ਲਿਆ, ਸੋਫਾ ਵੇਖ ਲਿਆ, ਉੱਥੇ ਹੀ ਸੜ ਗਏ। ਇਹਦੇ ਕੋਲ ਕਿੱਥੋਂ ਆ ਗਿਆ? ਇਹਦੇ ਕੋਲ ਕਿੰਨੀ ਕੁ ਕਮਾਈ ਹੈ? ਉੱਥੇ ਕੈਲਕੂਲੇਟਰ ਸ਼ੁਰੂ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਸਦਨ ਵਿਭੂਤ ਅਪਰ ਕੋ ਦੇਖੀ। ਕਿਸੇ ਦੇ ਘਰ ਵੇਖੀ, ਉਹਨੇ ਦੇਖੋ, ਜੇ ਤੁਸੀਂ ਸੋਫਾ ਵੇਖਿਆ
ਤੇ ਜ਼ਰੂਰ ਉਹਨੇ ਸੋਫੇ ਤੇ ਬਿਠਾ ਕੇ ਤੁਹਾਨੂੰ ਚਾਹ ਪਿਆਈ ਹੋਣੀ ਹੈ। ਦੱਸੋ ਨੇ ਕੀ ਪਾਪ ਕੀਤਾ? ਤੇ ਤੁਸੀਂ ਸੋਫੇ ਤੇ ਬਹਿ ਕੇ ਚਾਹ ਪੀ ਕੇ ਤੇ ਨਹੀਂ ਕਿਹਾ ਵੀ ਸੱਚੇ ਪਾਤਸ਼ਾਹ ਜੀ ਨੇ ਏਡੇ ਸੋਹਣੇ ਸੋਫੇ ਤੇ ਚਾਹ ਪਿਆਈ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਇਹਨੂੰ ਹੋਰ ਕਿਰਪਾ ਕਰੀ। ਨਾ, ਉਲਟਾ ਅਸੀਂ ਉੱਥੋਂ ਸੜ ਕੇ ਉਠਾਏ। ਹੋਇਆ ਕਿ ਪੀਰਾ ਭਾਵੇਂ ਹਿਰਦੇ ਵਸੇਖੀ, ਕਿਸੇ ਦੇ ਘਰ ਦੀ ਧਨ ਸੰਪਤੀ ਵੇਖ ਕੇ ਸੜਨਾ, ਇਹ ਵੀ ਮਨਮੁਖ ਦਾ ਕਰਮ ਹੈ। ਹੁਣ ਇਹ ਕਿੱਦਾਂ ਪਛਾਣੋਗੇ ਤੁਸੀਂ ਵੀ ਮਨਮੁਖ ਕੌਣ ਹੈ? ਸਾਡਾ ਸਿੱਧਾ ਹੀ ਜਿਹੜਾ ਗੁਰਦੁਆਰੇ ਨਹੀਂ ਆਉਂਦਾ ਮਨਮੁਖ ਹੈ। ਕਈ ਨਾ ਗੁਰਦੁਆਰੇ ਆਉਣ ਵਾਲੇ ਸਾਡੇ ਤੋਂ ਉੱਚੇ ਜੀਵਨ ਦੇ ਮਾਲਕ ਨੇ। ਇਹਦਾ ਅਰਥ ਇਹ ਨਹੀਂ ਕਿ ਉਹ ਗੁਰਦੁਆਰੇ ਨਹੀਂ ਆਉਂਦੇ ਤੇ ਚੰਗੇ ਨੇ, ਨਾ, ਆਉਣਾ ਚਾਹੀਦਾ ਉਹਨਾਂ ਨੂੰ ਵੀ, ਗੁਰਦੁਆਰੇ ਆਉਣਾ ਚਾਹੀਦਾ। ਆਉਣਗੇ ਤੇ ਸੋਨੇ ਤੇ ਸੁਹਾਗਾ ਹੋ ਜਾਏਗਾ। ਉਹ ਪਹਿਲਾਂ ਹੀ ਚੰਗੇ ਨੇ, ਗੁਰੂ ਕੋਲ ਆਉਣਗੇ ਧੀਰੇ ਹੋ ਜਾਣਗੇ। ਪਰ ਗੱਲ ਤੇ ਸਾਡੀ ਹੈ ਜਿਹੜੇ ਗੁਰੂ ਕੋਲ ਆ ਕੇ ਵੀ ਪੱਥਰ ਦੇ ਪੱਥਰ ਹੀ ਰਹਿ ਗਏ। ਗੱਲ ਤੇ ਸਾਡੀ ਹੈ। ਉਹ ਤੇ ਨਾ ਆ ਕੇ ਵੀ ਕੁਝ ਗੱਲਾਂ ਚੰਗੀਆਂ ਲੈ ਕੇ ਬੈਠੇ ਨੇ, ਪਰ ਇੱਕ ਅਸੀਂ ਆ ਜਿਹੜੇ ਰੋਜ਼ ਆਉਨੇ ਆ ਤੇ ਸਾਡਾ ਰੋਜ਼ ਦਾ ਇਹੋ ਹੀ ਹਾਲ ਹੈ। ਕਿਸੇ ਦੇ ਘਰ ਦੀ ਵਿਭੂਤੀ ਵੇਖੀ ਤੇ ਸੜ ਗਏ। ਇਹਦਾ ਘਰ ਦਾ ਦਰਵਾਜ਼ਾ ਬੜਾ ਵਧੀਆ ਹੈ। ਤੁਹਾਨੂੰ ਮੈਂ ਇੱਕ ਹੋਰ ਦੱਸਾਂ, ਜਿਵੇਂ ਆਪਾਂ ਨੂੰ ਆਦਤ ਹੈ, ਅੱਛਾ ਭਾਈ ਸਾਹਿਬ ਪੈਨ ਬੜਾ ਵਧੀਆ ਹੈ, ਅਗਲਾ ਫਿਰ ਕਹਿੰਦਾ ਚਲੋ ਭਾਈ ਸਾਹਿਬ ਤੁਸੀਂ ਲੈ ਲਓ, ਤੇ ਮੇਰੇ ਵਰਗੇ ਪਤਾ ਵਾਹਿਗੁਰੂ 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 ਚੁੱਪ ਕਰਕੇ ਲਾ ਲੈਣਗੇ। ਨਾ, ਹੈਗਾ ਬੰਦਾ, ਮੈਂ ਨਾਂ ਨਹੀਂ ਲੈ ਸਕਦਾ, ਉਹ ਹਿੰਦੀ ਵੀ ਬੋਲਦਾ ਵਿੱਚ ਵਿੱਚ, ਇਹ ਜੀ ਤੁਹਾਡੇ ਘਰ ਜੀ ਕੈਮਰਾ ਬੜਾ ਵਧੀਆ, ਕਹਿੰਦੇ ਜੀ ਭਾਈ ਸਾਹਿਬ ਤੁਸੀਂ ਲੈ ਲਓ, ਵਾਹਿਗੁਰੂ ਵਾਹਿਗੁਰੂ, ਲੈ ਲਓ ਨਾ, ਲੈ ਲਓ ਨਾ। ਕੈਮਰਾ ਵੇਖਿਆ ਉਹ ਲੈ ਲਿਆ, ਹੈਂਡਬੈਗ ਵੇਖਿਆ ਉਹ ਲੈ ਲਿਆ, ਲਗਜ ਵੇਖਿਆ ਉਹ ਲੈ ਲਿਆ। ਨਹੀਂ, ਕਿਸੇ ਦੇ ਘਰ ਚੀਜ਼ ਚੰਗੀ ਵੇਖਦੇ ਹੋ ਤੁਸੀਂ, ਸਗੋਂ ਕਹੋ ਕਿ ਵੀਰ ਜੀ ਮੈਂ ਇਸ ਕਰਕੇ ਨਹੀਂ ਚੰਗਾ ਕਿਹਾ ਕਿ ਤੁਹਾਡੀ ਘੜੀ ਚੰਗੀ ਹੈ, ਮੈਨੂੰ ਦੇ ਦਿਓ। ਨਹੀਂ, ਮੈਂ ਇਸ ਕਰਕੇ ਕਿਹਾ ਵੀ ਤੁਹਾਡੇ ਹੱਥ ਤੇ ਸੋਹਣੀ ਬਹੁਤ ਲੱਗਦੀ ਹੈ। ਏਡਾ ਵੱਡਾ ਦਿਲ ਆਪਣੇ ਅੰਦਰ ਲੈ ਕੇ ਆਓ, ਫਿਰ ਪਾਠ ਹੋਏਗਾ ਤੁਹਾਡਾ। ਮਨਮੁਖ ਦੇ ਅਰਥ ਇਹ ਨਹੀਂ ਜਿਹੜੇ ਆਪਾਂ ਕੀਤੇ ਨੇ ਵੀ ਇਹਨੇ ਜੀ ਵਾਲ ਕੱਟੇ ਨੇ ਜੀ ਇਹ ਮਨਮੁਖ ਹੈ ਜੀ, ਇਹਨੇ ਪੱਗ ਨਹੀਂ ਬੱਧੀ ਇਹ ਮਨਮੁਖ। ਇਹ ਅਲੱਗ ਗਲਤੀਆਂ ਨੇ। ਕਿਸੇ ਦਾ ਕੇਸ ਕੱਟਣਾ ਇਹ ਵੱਖਰੀ ਮਿਸਟੇਕ ਹੈ, ਕੋਈ ਪੱਗ ਨਹੀਂ ਬੰਨ੍ਹਦਾ ਇਹ ਉਹਦੀ ਵੱਖਰੀ ਮਿਸਟੇਕ ਹੈ। ਮੈਂ ਬੜੇ ਐਸੇ ਲੋਕ ਵੇਖੇ ਨੇ ਅੰਮ੍ਰਿਤ ਨਹੀਂ ਛਕਿਆ ਪਰ ਉਹ ਸ਼ਰਾਬ ਨਹੀਂ ਪੀਂਦੇ, ਉਹ ਨੌਨ ਵੈਜ ਵੀ ਨਹੀਂ ਖਾਂਦੇ, ਉਹ ਝੂਠ ਵੀ ਨਹੀਂ ਬੋਲਦੇ, ਉਹ ਕਿਸੇ ਦਾ ਮਾੜਾ ਵੀ ਨਹੀਂ ਕਰਦੇ। ਤੁਹਾਡੀ ਵੀ ਜ਼ਿੰਦਗੀ 'ਚ ਐਸੇ ਲੋਕ ਜ਼ਰੂਰ ਹੋਣਗੇ, ਤੇ ਜੇ ਕਿਤੇ ਉਹ ਅੰਮ੍ਰਿਤ ਛਕ ਲੈਣ ਤੇ ਬਣ ਗਏ ਨਾ ਬ੍ਰਹਮ ਗਿਆਨੀ। ਨੇਕ ਇਨਸਾਨ ਵੀ ਧਰਤੀ ਤੇ ਬਹੁਤ ਨੇ, ਪਰ ਗੱਲ ਤੇ ਸਾਡੀ ਹੈ ਜਿਹੜੇ ਸਭ ਕੁਝ ਕਰਕੇ ਫਿਰ ਮਾੜਾ ਕਰਦੇ ਅਸੀਂ। ਐਸਿਆਂ ਨੂੰ ਸਤਿਗੁਰੂ ਨੇ ਮਨਮੁਖ ਆਖਿਆ। ਹਾਂਜੀ, ਸਰਬ ਨਰਨ ਕੋ ਸ਼ਤਰ ਜਾਣੇ, ਸੰਗ ਨ ਕਿਸੇ ਭਲਾਈ ਠਾਨੇ। ਹਰ ਬੰਦੇ ਨੂੰ ਆਪਣਾ ਦੁਸ਼ਮਣ ਮੰਨਣਾ ਤੇ ਕਿਸੇ ਨਾਲ ਨੇਕੀ ਨਹੀਂ ਕਰਨੀ। ਭਲਾ ਤੇ ਕਿਸੇ ਦਾ ਕਰਨਾ ਹੀ ਨਹੀਂ ਨਾ। ਕਈ ਬੰਦੇ ਤੁਹਾਨੂੰ ਐਸੇ ਮਿਲਣਗੇ ਜਿਨ੍ਹਾਂ ਦੇ ਹੱਥੋਂ ਸ਼ਾਇਦ ਕਦੇ ਕਿਸੇ ਦਾ ਭਲਾ ਹੋਇਆ ਹੋਵੇ। ਹਰ ਬੰਦੇ ਦਾ ਮਾੜਾ ਕਰਨਗੇ, ਹਰ ਬੰਦੇ ਦਾ ਬੁਰਾ ਕਰਨਗੇ। ਉਹ ਵੀ ਮਨਮੁਖ ਹੈ ਜਿਹੜਾ ਹਰ ਬੰਦੇ ਦਾ ਬੁਰਾ ਕਰਦਾ ਹੈ। ਹਾਂਜੀ, ਇਕ ਮਨ ਮੁਖ ਕੋ ਕਰਮ ਇਹ, ਤਿਆਗੋ ਔਰ ਤੇ ਸੋਏ। ਸਤਿਗੁਰੂ ਕਹਿਣ ਲੱਗੇ ਕੁਝ ਕਰਮ ਤਾਂ ਇਹ ਨੇ, ਕਿਸੇ ਦਾ ਬੁਰਾ ਕਰਨਾ, ਕਿਸੇ ਦੀ ਧਨ ਸੰਪਤੀ ਵੇਖ ਕੇ ਸੜਨਾ, ਫਿਰ ਕਿਸੇ ਦੇ ਘਰ ਦੇ ਪਦਾਰਥ ਵੇਖ ਕੇ ਜਰ ਨਾ ਸਕਣਾ, ਔਰ ਇਹ ਸੋਚਣਾ ਸ਼ੁਰੂ ਕਰ ਦੇਣਾ ਵੀ ਇਹਦੀਆਂ ਸਾਰੀਆਂ ਚੀਜ਼ਾਂ ਮੈਨੂੰ ਕਿਵੇਂ ਮਿਲ ਸਕਦੀਆਂ ਨੇ। ਇਹਨਾਂ ਨੂੰ ਛੱਡ ਦਿਓ। ਹਾਂਜੀ, ਦੂਸਰ ਹਉ ਮੈਂ ਮਨ ਕਰੈ, ਸਭ ਸੋ ਨਿਰਧਨ ਹੋਏ। ਦੂਜਾ ਹੈ ਹਉਮੈ ਕਰਨੀ ਤੇ ਨਿਰਦਈ ਹੋ ਜਾਣਾ। ਹਉਮੈ ਕਰਨੀ ਔਰ ਕਿਸੇ ਤੇ ਤਰਸ ਨਹੀਂ ਕਰਨਾ, ਕਿਸੇ ਨਾਲ ਪਿਆਰ ਨਹੀਂ ਕਰਨਾ, ਇਹ ਵੀ ਮਨਮੁਖਤਾ ਹੈ। ਅਜੇ ਇਹ ਕਥਾ ਮੁੱਕੀ ਨਹੀਂ ਹੈ, ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।